ਅੱਜ ਆਪਾਂ ਗੱਲ ਕਰਨੀ ਹੈਗੀ ਆ ਉਹ ਮੁੱਖ ਤੌਰ ਤੇ ਵਿਸ਼ਾ ਹੈ ਕਿ ਆਪਾਂ ਪੰਜਾਬੀ ਕਵਿਤਾ ਬਾਰੇ ਗੱਲ ਕਰਨੀ। ਤਾਂ ਪੰਜਾਬੀ ਕਵਿਤਾ ਦੇ ਬਾਰੇ ਆਪਾਂ ਗੱਲ ਕਰਨ ਲਈ ਆਪਣੇ ਕੋਲ ਮੋਟੇ ਜਿਹੇ ਤੌਰ ਤੇ 1 ਘੰਟਾ ਤੇ 1 ਘੰਟੇ ਦੇ ਵਿੱਚ ਸਾਰੀ ਪੰਜਾਬੀ ਕਵਿਤਾ ਬਾਰੇ ਗੱਲ ਨਹੀਂ ਹੋ ਸਕਦੀ। ਇਸ ਕਰਕੇ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਪੰਜਾਬੀ ਕਵਿਤਾ ਦੇ ਵਿੱਚੋਂ ਆਪਾਂ ਇੱਕ ਪੋਰਸ਼ਨ ਤੇ ਕੰਮ ਕਰ ਲਈਏ। ਤੁਹਾਡੇ ਸਿਲੇਬਸ ਦੇ ਵਿੱਚ 4 ਕਿਤਾਬਾਂ, ਉਹਨਾਂ 4 ਕਿਤਾਬਾਂ ਦੇ ਵਿੱਚੋਂ ਇੱਕ ਕਿਤਾਬ ਆ ਜਿਹੜੀ ਉਹ MA ਪਾਰਟ 1 ਦੇ ਹਾਸ਼ੀਏ ਦੇ ਹਾਸਲ ਦੇ ਉੱਪਰ ਆਪਾਂ ਜ਼ਿਆਦਾਤਰ ਗੱਲਬਾਤ ਕਰਦੇ ਹਾਂ। ਪਰ ਹਾਸ਼ੀਏ ਦੇ ਹਾਸਲ ਉੱਤੇ ਜਦੋਂ ਆਪਾਂ ਗੱਲਬਾਤ ਕਰਨੀ ਆ ਤਾਂ ਇਹਦਾ ਵੀ ਇੱਕ ਨਜ਼ਰੀਆ ਹੈ, ਵਿਸ਼ੇਸ਼ ਕਿਸਮ ਦਾ ਨਜ਼ਰੀਆ ਹੈ। ਉਸ ਨਜ਼ਰੀਏ ਨਾਲ ਸੰਬੰਧਿਤ ਵੀ ਕੁਝ ਤੁਹਾਡੇ ਨਾਲ ਗੱਲਬਾਤ ਕਰਨੀ। ਸਭ ਤੋਂ ਪਹਿਲਾਂ ਜਦੋਂ ਆਪਾਂ ਕਿਤਾਬ ਦੀ ਗੱਲ ਕਰਦੇ ਹਾਂ, ਕਿਤਾਬ ਦਾ ਨਾਂ ਹੈ ਹਾਸ਼ੀਏ ਦੇ ਹਾਸਲ। ਤਾਂ ਹਾਸ਼ੀਆ ਕੀ ਹੁੰਦਾ ਹੈ ਕਿ ਅੰਗਰੇਜ਼ੀ ਚ ਉਹਨੂੰ ਮਾਰਜਨ ਕਹਿੰਦੇ ਆ, ਕਿ ਇੱਕ ਪੇਜ ਆ, ਪੇਜ ਦਾ ਵੀ ਕਿ ਇੱਕ ਉਹਦਾ ਕੇਂਦਰ ਆ, ਸੈਂਟਰ ਆ, ਇੱਕ ਉਹਦਾ ਸਾਈਡ ਆ, ਮਾਰਜਨ। ਤਾਂ ਮਾਰਜਨਲਾਈਜ਼ਡ, ਮਾਰਜਨ ਤੇ ਕੀਤੇ ਹੋਏ, ਪਾਸੇ ਧੱਕੇ ਹੋਏ। ਪਾਸੇ ਕਿਸ ਚੀਜ਼ ਨੂੰ ਧੱਕ ਦਿੰਦੇ ਆ ਕਿ ਜਿਹੜੀ ਚੀਜ਼ ਤਾਂ ਆਪਾਂ ਲਿਖਣੀ ਹੁੰਦੀ ਉਹ ਤਾਂ ਮੁੱਖ ਤੌਰ ਤੇ ਲਿਖਦੇ ਆ, ਬਾਅਦ ਦੇ ਵਿੱਚ ਕੋਈ ਸੁੱਝ ਗਈ ਜਾਂ ਐਵੇਂ ਕਿਸੇ ਨੇ ਝਰੀਟ ਮਾਰਤੀ ਉਹ ਸਾਈਡ ਤੇ ਚਲੀ ਜਾਂਦੀ ਹੈ। ਤਾਂ ਮਾਰਜਨ ਆ ਜਿਹੜਾ ਉਹ ਥੋੜਾ ਥਾਂ ਹੁੰਦਾ, ਮਾਰਜਨ ਆ ਜਿਹੜਾ ਪਾਸੇ ਧੱਕਿਆ, ਮਾਰਜਨ ਆ ਜਿਹੜਾ ਮੁੱਖ ਚੀਜ਼ ਨਹੀਂ ਹੈ। ਤਾਂ ਜਦੋਂ ਇਸ ਕਿਤਾਬ ਦਾ ਨਾਮ ਹਾਸ਼ੀਏ ਦੇ ਹਾਸਲ ਰੱਖਿਆ ਤੇ ਫਿਰ ਹਾਸ਼ੀਏ ਦਾ ਹਾਸਲ ਕੀ ਹੋਊਗਾ? ਤਾਂ ਉਹਦੇ ਲਈ ਕਾਰਨ ਇਹ ਕਿ ਜਿਹੜੀ ਸਾਹਿਤ ਅਧਿਐਨ ਦੇ ਵਿੱਚ ਉੱਚ ਪੱਧਰ ਦੀ ਅੱਜ ਕੱਲ ਖੋਜ ਚੱਲ ਰਹੀ ਹੈ, ਅੱਜ ਕੱਲ ਗੱਲ ਚੱਲ ਰਹੀ ਹੈ, ਉਹਦੇ ਵਿੱਚ ਇੱਕ ਸ਼ਬਦ ਚੱਲ ਰਿਹਾ ਹੈਗਾ ਸਬਾਲਟਰਨ ਸਟੱਡੀ। ਸਬਾਲਟਰਨ ਸਟੱਡੀ, ਸਬ ਆਲਟਰਨ ਸਟੱਡੀ। ਸਬਾਲਟਰਨ ਸਟੱਡੀ ਹੈ ਜਿਹੜੀ ਸਬਾਲਟਰਨ ਮੋਟੇ ਤੌਰ ਤੇ ਕੀ ਗੱਲ ਹੈਗੀ ਹੈ ਕਿ ਸਬਾਲਟਰਨ ਆ ਜਿਹੜਾ ਸਬ ਹੁੰਦਾ ਹੇਠਲਾ, ਉਪ। ਤੁਸੀਂ ਵੇਖਿਆ ਹੋਣਾ ਕਿ ਜੱਜ ਵੱਡਾ, ਸਬ ਜੱਜ ਛੋਟਾ, ਸਬ ਛੋਟਾ, ਤਹਿਸੀਲ ਪੂਰੀ ਤਹਿਸੀਲ, ਸਬ ਤਹਿਸੀਲ ਛੋਟੀ। ਤਾਂ ਸਬ ਆ ਜਿਹੜਾ ਹੇਠਾਂ ਨੀਵਾਂ ਹੁੰਦਾ। ਜਿਹੜੀ ਸਬਾਲਟਰਨ ਸਟੱਡੀ ਹੈ ਇਹਦੇ ਲਈ ਜਿਹੜਾ ਸ਼ਬਦ ਆ ਸਬਾਲਟਰਨ ਆਮ ਕਰਕੇ ਕਿਹਾ ਜਾਂਦਾ ਮਤਾਹਤ ਨੂੰ, ਜਿਹੜਾ ਹੇਠਾਂ। ਫੌਜ ਦੇ ਵਿੱਚ ਸ਼ਬਦ ਵਰਤਿਆ ਜਾਂਦਾ ਕਿ ਇੱਕ ਅਫਸਰ ਨੇ, ਇੱਕ ਅਫਸਰਾਂ ਦੇ ਮਤਾਹਤ ਨੇ। ਸਬਾਲਟਰਨ ਨੇ ਜਿਨ੍ਹਾਂ ਨੂੰ ਦਬਾਇਆ ਜਾਂਦਾ, ਜਿਨ੍ਹਾਂ ਤੋਂ ਕੰਮ ਲਿਆ ਜਾਂਦਾ, ਜਿਹੜੇ ਤੁਹਾਡੇ ਅੱਗੇ ਬੋਲ ਨਹੀਂ ਸਕਦੇ, ਜਿਨ੍ਹਾਂ ਤੋਂ ਤੁਸੀਂ ਕੰਮ ਲੈਣਾ। ਤਾਂ ਜਿਹੜੀ ਸਬਾਲਟਰਨ ਸਟੱਡੀ ਆ ਉਹ ਬੁਨਿਆਦੀ ਤੌਰ ਤੇ ਇੱਕ ਗੱਲ ਲੈ ਕੇ ਚੱਲੀ ਕਿ ਸਾਡੇ ਇਤਿਹਾਸ ਦੇ ਵਿੱਚ ਬਹੁਤ ਸਾਰੇ ਜਿਹੜੇ ਬੰਦੇ ਆ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਬਹੁਤ ਮਹੱਤਵਪੂਰਨ ਸਥਾਨ ਲਿਆ, ਬਹੁਤ ਮਹੱਤਵਪੂਰਨ ਕੰਮ ਕੀਤੇ, ਪਰ ਸਮੇਂ ਦੀਆਂ ਤਾਕਤਾਂ ਨੇ, ਹਾਕਮਾਂ ਨੇ, ਚਾਹੇ ਉਹ ਰਾਜਨੀਤਿਕ ਤਾਕਤ ਸੀ, ਚਾਹੇ ਉਹਨਾਂ ਕੋਲ ਫੌਜੀ ਤਾਕਤ ਸੀ, ਚਾਹੇ ਉਹਨਾਂ ਕੋਲ ਪੈਸੇ ਦੀ ਤਾਕਤ ਸੀ, ਧਨ ਦੌਲਤ ਦੀ ਤਾਕਤ ਸੀ, ਉਹਨਾਂ ਨੇ ਬਾਕੀ ਲੋਕਾਂ ਨੂੰ ਦਬਾ ਦਿੱਤਾ। ਉਹ ਜਿਹੜਾ ਦੱਬੇ ਹੋਏ ਲੋਕ ਨੇ ਉਹ ਹੈ ਬਹੁ ਗਿਣਤੀ 'ਚ। ਇਤਿਹਾਸ ਉਹਨਾਂ ਨੇ ਸਿਰਜਿਆ ਪਰ ਨਾ ਕਿਸੇ ਹੋਰ ਦਾ। ਜਿਵੇਂ ਤੁਸੀਂ ਇੱਕ ਕਵਿਤਾ ਪੜ੍ਹੀ ਹੋਊਗੀ ਛੋਟੀਆਂ ਕਲਾਸਾਂ ਦੇ ਵਿੱਚ, ਪ੍ਰੋਫੈਸਰ ਮੋਹਨ ਸਿੰਘ ਦੀ ਤਾਜ ਮਹਿਲ। ਤਾਜ ਮਹਿਲ ਕਿਹਨੇ ਬਣਾਇਆ? ਸਭ ਕਹਿੰਦੇ ਨੇ ਕਿ ਸ਼ਾਹਜਹਾਨ ਨੇ ਬਣਾਇਆ। ਤੇ ਜੇ ਅਸੀਂ ਸ਼ਾਹਜਹਾਨ ਨੇ ਬਣਾਇਆ, ਆਗਰੇ ਦਾ ਆਲਾ ਦੁਆਲਾ ਵੇਖੀਏ ਤਾਂ ਉੱਥੇ ਐਡੇ ਵੱਡੇ ਵੱਡੇ ਉਹ ਪੱਥਰ ਸੰਗਮਰਮਰ ਦੇ, ਅੱਜ ਵੱਡੀਆਂ ਵੱਡੀਆਂ ਕਰੇਨਾਂ ਆ ਗਈਆਂ, ਅੱਜ ਵੱਡੇ ਵੱਡੇ ਸਾਡੇ ਕੋਲ ਜੰਤਰ ਆ ਗਏ ਢੋਣ ਵਾਲੇ। ਉਸ ਯੁੱਗ ਵਿੱਚ ਕਿਹੜੇ ਹੋਣਗੇ? ਤਾਂ ਕਿਸੇ ਮਜ਼ਦੂਰ ਨੇ ਉਹ ਸੰਗਮਰਮਰ ਧਰਤੀ ਚੋਂ ਪੱਟੀ ਹੋਊਗੀ, ਕਿਸੇ ਮਜ਼ਦੂਰ ਨੇ ਉਹ ਆਪਦੇ ਊਂਠ ਗੱਡੀਆਂ ਤੇ ਜਾਂ ਖੋਤਾ ਗੱਡੀਆਂ ਤੇ ਢੋਈ ਹੋਊਗੀ, ਕਿਸੇ ਨੇ ਉਹਦੇ ਤੇ ਮੀਨਾਕਾਰੀ ਕੀਤੀ ਹੋਊਗੀ। ਸ਼ਾਹਜਹਾਨ ਨੇ ਕੁਝ ਨਹੀਂ ਕੀਤਾ ਹੋਊਗਾ, ਪਰ ਨਾਂ ਕਿਹਦਾ? ਤਾਂ ਉਹਨਾਂ ਲੋਕਾਂ ਦੀ ਆਵਾਜ਼ ਨੂੰ ਕਿਤੇ ਥਾਂ ਦੇਣੀ ਚਾਹੀਦੀ ਹੈ ਕਿ ਜਿਨ੍ਹਾਂ ਲੋਕਾਂ ਨੇ ਉਹ ਬਣਾਇਆ। ਇਤਿਹਾਸ ਦੇ ਵਿੱਚ ਕੁਝ ਬੰਦਿਆਂ ਨੇ ਇੱਕ ਗਰੁੱਪ ਬਣਾਇਆ, ਰਣਜੀਤ ਗੋਹਾ ਉਹਨਾਂ ਦਾ ਮੋਢੀ ਸੀ ਦਿੱਲੀ ਯੂਨੀਵਰਸਿਟੀ ਦੇ ਵਿੱਚ। ਉਹਨਾਂ ਦੇ ਨਾਲ ਹੋਰ ਕੁਝ ਬੰਦੇ ਲੱਗੇ, ਇੱਕ ਬੰਗਾਲਣ ਔਰਤ ਆ ਜਿਹੜੀ ਬਾਹਰ ਕੰਮ ਕਰਦੀ ਆ, ਗਾਇਤਰੀ ਸਪੀਵਾਕ, ਕੁਝ ਹੋਰ ਲੋਕ ਨੇ ਉਹਨਾਂ ਨਾਲ। ਉਹਨਾਂ ਨੇ ਇੱਕ ਸਬਾਲਟਰਨ ਸਟੱਡੀ ਗਰੁੱਪ ਬਣਾਇਆ। ਉਹ ਕਹਿੰਦੇ ਕਿ ਸਾਨੂੰ ਸਾਡੇ ਸਮਾਜ ਵਿੱਚ ਉਹਨਾਂ ਲੋਕਾਂ ਦੀ ਗੱਲ ਕਰਨੀ ਚਾਹੀਦੀ ਆ ਜਿਨ੍ਹਾਂ ਲੋਕਾਂ ਦਾ ਇਤਿਹਾਸ ਦੀਆਂ ਪੁਸਤਕਾਂ ਵਿੱਚ ਜ਼ਿਕਰ ਨਹੀਂ, ਪਰ ਇਤਿਹਾਸ ਬਣਾਉਣ ਵਾਲੇ ਉਹ ਹੀ। ਤਾਂ ਜਦੋਂ ਇਸ ਗੱਲ ਨੂੰ ਅਸੀਂ ਸਾਹਿਤ ਤੇ ਲਾਗੂ ਕੀਤਾ, ਜਦੋਂ ਅਸੀਂ ਇਸ ਗੱਲ ਨੂੰ ਪੰਜਾਬ ਤੇ ਲਾਗੂ ਕੀਤਾ, ਤਾਂ ਮੈਨੂੰ ਇਹ ਲੱਗਿਆ ਕਿ ਪੰਜਾਬ ਵਿੱਚ ਸਬਾਲਟਰਨ ਕੌਣ ਨੇ, ਪੰਜਾਬ ਵਿੱਚ ਦਬਾਏ ਹੋਏ ਲੋਕ ਕੌਣ ਨੇ, ਪੰਜਾਬ ਵਿੱਚ ਮਾਰਜਨਲਾਈਜ਼ਡ ਲੋਕ ਕੌਣ ਨੇ, ਪੰਜਾਬ 'ਚ ਹਾਸ਼ੀਏ 'ਚ ਲੋਕ ਕੌਣ ਨੇ। ਤਾਂ ਮੋਟੀ ਜੀ ਜਿਹੜੀ ਮੈਨੂੰ ਗੱਲ ਸਮਝ ਆਈ
ਪ੍ਰੋਫੈਸਰ ਸਾਹਿਬ ਬੈਠੇ ਨੇ, ਕਮਰਸ ਦੇ ਵੀ ਇੱਥੇ ਪ੍ਰੋਫੈਸਰ ਬੈਠੇ ਨੇ, ਦੂਸਰੇ ਅਧਿਆਪਕ ਸਾਹਿਬਾਨ ਵੀ ਬੈਠੇ ਨੇ ਜਿਨ੍ਹਾਂ ਨੂੰ ਜ਼ਿੰਦਗੀ ਬਾਰੇ ਜ਼ਿਆਦਾ ਤਜਰਬਾ, ਜ਼ਿਆਦਾ ਗਿਆਨ। ਪਰ ਇੱਕ ਗੱਲ ਸਾਨੂੰ ਮੋਟੇ ਜਿਹੇ ਤੌਰ ਤੇ ਲੱਗਦੀ ਆ ਕਿ ਪੰਜਾਬ ਦੇ ਵਿੱਚ ਜਿਹੜੇ ਬੰਦੇ ਸ਼ਹਿਰ 'ਚ ਰਹਿੰਦੇ ਨੇ ਮੁਕਾਬਲਤਨ ਉਹਨਾਂ ਕੋਲ ਸਹੂਲਤਾਂ ਵੱਧ ਨੇ, ਜਿਹੜੇ ਲੋਕ ਪਿੰਡਾਂ 'ਚ ਰਹਿੰਦੇ ਨੇ ਮੁਕਾਬਲਤਨ ਉਹਨਾਂ ਕੋਲ ਸਹੂਲਤਾਂ ਘੱਟ ਨੇ। ਕੁਝ ਬੰਦੇ ਦੋਹੀਂ ਥਾਂ ਹੀ ਰਹਿੰਦੇ ਆ ਕਿ ਪਿੰਡ ਜ਼ਮੀਨ ਆ, ਇੱਕ ਘਰ ਚੰਡੀਗੜ੍ਹ ਆ, ਪਿੰਡ ਜ਼ਮੀਨ ਆ, ਇੱਕ ਘਰ ਲੁਧਿਆਣੇ ਆ। ਵੈਸੇ ਮੋਟੇ ਤੌਰ ਤੇ ਜਿਹੜਾ ਬੰਦਾ ਪਿੰਡ 'ਚ ਹੀ ਰਹਿੰਦਾ ਉਹਦੇ ਕੋਲ ਮੁਕਾਬਲਤਨ ਉਹਦੇ ਕੋਲ ਘੱਟ ਤਾਕਤ ਆ, ਸ਼ਹਿਰ ਵਾਲੇ ਬੰਦੇ ਕੋਲ ਵੱਧ ਸਹੂਲਤਾਂ। ਜਦੋਂ ਅਸੀਂ ਪਿੰਡ ਦੇ ਵਿੱਚ ਨਜ਼ਰ ਮਾਰਦੇ ਹਾਂ ਕਿ ਕੁਝ ਲੋਕ ਆ ਜਿਨ੍ਹਾਂ ਕੋਲ ਜ਼ਮੀਨ ਜਾਇਦਾਦ ਹੈ, ਕੁਝ ਲੋਕ ਆ ਕਿ ਜਿਨ੍ਹਾਂ ਦਾ ਇੱਕ ਪੱਕਾ ਘਰ ਆ, ਪੱਕਾ ਥਾਂ ਹੈ, ਪੱਕਾ ਕਾਰੋਬਾਰ ਆ, ਚਾਹੇ ਉਹ ਕਿਸੇ ਵੀ ਕਿਸਮ ਦਾ ਕਾਰੋਬਾਰ ਆ ਆਪਦੀ, ਚਾਹੇ ਕੋਈ ਛੋਟਾ ਕਾਰਖਾਨਾ, ਚਾਹੇ ਫੈਕਟਰੀ ਹੈ, ਚਾਹੇ ਦੁਕਾਨ। ਉਹਨਾਂ ਦੇ ਮੁਕਾਬਲੇ ਜਿਹੜੇ ਬੰਦਿਆਂ ਕੋਲ ਕੁਝ ਵੀ ਨਹੀਂ ਹੈ, ਜਿਨ੍ਹਾਂ ਬੰਦਿਆਂ ਨੇ ਰੋਜ਼ ਕੰਮ ਕਰਨਾ ਹੈ ਤਾਂ ਰੋਜ਼ ਕੰਮ ਕਰਕੇ ਉਹਨਾਂ ਨੇ ਰੋਟੀ ਖਾਣੀ ਆ, ਉਹ ਪਿੰਡ ਦੇ ਵਿੱਚ ਵੀ ਜਿਨ੍ਹਾਂ ਕੋਲ ਜ਼ਮੀਨ ਜਾਇਦਾਦ ਆ, ਜਿਨ੍ਹਾਂ ਕੋਲ ਆਪਣਾ ਪੱਕਾ ਘਰ ਆ, ਉਹਨਾਂ ਆਪਣੀ ਪੱਕੀ ਦੁਕਾਨ, ਉਹਨਾਂ ਦੇ ਮੁਕਾਬਲੇ ਉਹ ਦਬਾਏ ਹੋਏ। ਤੇ ਬਿਨਾਂ ਸ਼ੱਕ ਪੰਜਾਬ ਦੇ ਪ੍ਰਸੰਗ 'ਚ ਉਹ ਬਹੁਤੇ ਬੰਦੇ ਦਲਿਤ, ਤੇ ਉਹਨਾਂ ਦਲਿਤਾਂ ਦੇ ਵਿੱਚੋਂ ਜਿਹੜੀ ਬਹੁਤੀ ਗਿਣਤੀ ਹੈਗੀ ਆ ਉਹ ਲੋਕ ਨੇ ਕਿ ਜਿਹੜੇ ਬੰਦੇ ਪੜ੍ਹੇ ਲਿਖੇ ਨੇ, ਚੰਗੀ ਮਾੜੀ ਭਾਵਾਂ ਐ ਕਹਿੰਦੇ ਕਿ ਹਰੇਕ ਪੜ੍ਹੇ ਲਿਖੇ ਨੂੰ ਨੌਕਰੀ ਨਹੀਂ ਮਿਲਦੀ, ਪਰ ਪੜ੍ਹੇ ਲਿਖੇ ਨੂੰ ਮੁਕਾਬਲਤਨ ਥੋੜੀ ਜੀ ਘੱਟ ਜਿਸਮਾਨੀ ਮਸ਼ੱਕਤ ਵਾਲੀ ਕੋਈ ਨਾ ਕੋਈ ਨੌਕਰੀ, ਕੋਈ ਨਾ ਕੋਈ ਕੰਮ ਮਿਲ ਜਾਂਦਾ। ਜਿਹੜੇ ਬੰਦੇ ਉਹਨਾਂ 'ਚ ਵੀ ਅਨਪੜ੍ਹ ਨੇ ਉਹ ਬਹੁਤ ਹੀ ਦਬਾਏ ਹੋਏ। ਕਿ ਬੰਦਾ ਪਿੰਡ 'ਚ ਰਹਿੰਦਾ ਹੋਵੇ, ਉਹਦੇ ਕੋਲੇ ਕੋਈ ਆਪਣੀ ਜ਼ਮੀਨ ਨਾ ਹੋਵੇ, ਫਿਰ ਉਹ ਬੰਦੇ ਦੇ ਕੋਲ ਕੋਈ ਆਪਣਾ ਘਰ ਨਾ ਹੋਵੇ, ਫਿਰ ਉਹ ਬੰਦਾ ਦਲਿਤ ਜਾਤੀ 'ਚ ਹੋਵੇ, ਫਿਰ ਉਹ ਬੰਦਾ ਅਨਪੜ੍ਹ ਹੋਵੇ। ਤੇ ਉਹਨਾਂ ਅਨਪੜ੍ਹਾਂ ਦੇ ਘਰ ਜਿਹੜੀਆਂ ਬੱਚੀਆਂ ਪੈਦਾ ਹੁੰਦੀਆਂ, ਉਹ ਬੱਚੀਆਂ ਜਿਹੜੀਆਂ ਕੁੜੀਆਂ ਉਹ ਸਭ ਤੋਂ ਵੱਧ, ਜੇ ਉਹ ਅਨਪੜ੍ਹ ਰਹਿ ਜਾਣ ਤਾਂ ਸਭ ਤੋਂ ਵੱਧ ਉਹ ਦਬਾਈਆਂ ਹੋਈਆਂ। ਜੇ ਅਸੀਂ ਪੰਜਾਬ ਦੀ ਇੱਕ ਦਰਜਾਬੰਦੀ ਕਰਨੀ ਹੋਵੇ ਤਾਂ ਪਿੰਡ ਦੇ ਮੁਕਾਬਲੇ ਸ਼ਹਿਰ ਉੱਚਾ, ਪਿੰਡ ਨੀਵਾਂ ਹੈ। ਇਸ ਕਰਕੇ ਨਹੀਂ ਕਿ ਮੈਂ ਪਿੰਡੂਆਂ ਨੂੰ ਕੋਈ ਛੁਟਿਆਉਣਾ ਚਾਹੁੰਦਾ, ਮੈਂ ਕਹਿੰਦਾ ਕਿ ਜੋ ਵਸਤੂ ਸਥਿਤੀ ਹੈਗੀ ਹੈ। ਤਾਂ ਹੀ ਜਦੋਂ ਤੁਸੀਂ ਪੰਜਾਬੀ ਗਾਣੇ ਸੁਣਦੇ ਆ ਤਾਂ ਵਾਰ-ਵਾਰ ਉਹਦੇ ਵਿੱਚ ਕੀ ਆ ਕਿ ਚੰਡੀਗੜ੍ਹ ਕੋਠੀ ਪਾ ਦੇ, ਹੁਣ ਨਹੀਂ ਮੁੜਦੇ ਯਾਰ, ਹੁਣ ਤਾਂ ਚੰਡੀਗੜ੍ਹ ਹੀ ਆਏ ਹੋਊਗਾ, ਚੰਡੀਗੜ੍ਹ ਹੈ, ਚੰਡੀਗੜ੍ਹ ਹੈ। ਚੰਡੀਗੜ੍ਹ ਕਿਉਂ ਸਾਡੇ ਲਈ ਚਿੰਨ੍ਹ ਬਣਿਆ ਹੋਇਆ? ਚੰਡੀਗੜ੍ਹ ਇਸ ਕਰਕੇ ਚਿੰਨ੍ਹ ਬਣਿਆ ਹੋਇਆ ਕਿ ਉਹ ਤਾਕਤ ਦਾ, ਸਫਾਈ ਦਾ, ਪਾਵਰ ਦਾ ਚਿੰਨ੍ਹ, ਤੇ ਪਿੰਡ ਉਹਦੇ ਉੱਤੇ ਦਬਾਇਆ ਹੋਇਆ। ਹਾਲਾਂਕਿ ਚੰਡੀਗੜ੍ਹ ਵਿੱਚ ਜਿਹੜੀ ਵੀ ਸਬਜ਼ੀ ਜਾਣੀ ਉਹ ਜਾਣੀ ਪਿੰਡ 'ਚੋਂ ਹੀ ਆ, ਚੰਡੀਗੜ੍ਹ ਜਿਹੜਾ ਦੁੱਧ ਜਾਣਾ ਉਹ ਜਾਣਾ ਪਿੰਡ 'ਚੋਂ ਹੀ ਆ, ਪਰ ਦਬਾਇਆ ਹੋਇਆ। ਇਸੇ ਤਰ੍ਹਾਂ ਹੀ ਪਿੰਡ ਦੇ ਵਿੱਚ ਜੇ ਅਸੀਂ ਵੇਖੀਏ ਤਾਂ ਕੰਮ ਜਿਹੜੇ ਕਰਨ ਵਾਲੇ ਬੰਦੇ ਨੇ, ਕਿਰਤੀ ਲੋਕ ਨੇ, ਉਹ ਦਬਾਏ ਹੋਏ ਨੇ। ਤੇ ਉਹਨਾਂ ਦੇ ਵਿੱਚੋਂ ਜੇ ਕੋਈ ਅਨਪੜ੍ਹ ਆ ਤਾਂ ਉਹ ਸਬਾਲਟਰਨ ਆ, ਉਹ ਹਾਸ਼ੀਏ ਤੇ ਧੱਕਿਆ ਹੋਇਆ, ਉਹ ਦਬਾਇਆ। ਅਗਲਾ ਸਵਾਲ ਇਹ ਪੈਦਾ ਹੋਇਆ ਕਿ ਫਿਰ ਇਹਨਾਂ ਦੀ ਜਿਹੜੀ ਕਵਿਤਾ ਹੈ ਇਤਿਹਾਸ ਦੇ ਵਿੱਚ, ਕੀ ਇਹ ਸਾਹਿਤ ਰਚਦੇ ਸੀ ਜਾਂ ਨਹੀਂ ਰਚਦੇ ਸੀ? ਜੇ ਰਚਦੇ ਸੀ ਤੇ ਇਹਨਾਂ ਦੀ ਕਵਿਤਾ ਕਿੱਥੇ ਹੈ? ਇਹਨਾਂ ਦਾ ਨਾਵਲ ਕਿੱਥੇ ਆ? ਇਹਨਾਂ ਦੀ ਕਹਾਣੀ ਕਿੱਥੇ? ਇਹਨਾਂ ਦੀ ਕਥਾ ਕਿੱਥੇ ਆ? ਇਹਨਾਂ ਦੀ ਗੱਲ ਕਿੱਥੇ? ਤਾਂ ਜਦੋਂ ਉਹ ਤਲਾਸ਼ਣ ਲੱਗੇ ਤਾਂ ਪੰਜਾਬੀ ਸਾਹਿਤ ਦੇ, ਜਦੋਂ ਮੈਂ ਇਤਿਹਾਸ ਨੂੰ ਫਰੋਲਿਆ, ਕਿਉਂਕਿ ਮੇਰਾ ਤਾਂ ਫੀਲਡ ਕਵਿਤਾ ਸੀ, ਇਹ ਜਿਹੜੀ ਗੱਲ ਹੈ ਤੇ ਹਿਸਟਰੀ ਚੋਂ ਆਈ, ਸਬਾਲਟਰਨ ਸਟੱਡੀ ਦੀ। ਤਾਂ ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਕਿ ਪੰਜਾਬ ਦੇ ਵਿੱਚ ਇਹ ਦਬਾਏ ਹੋਏ ਆ ਜਾਂ ਨਹੀਂ ਦਬਾਏ ਹੋਏ, ਤਾਂ ਸਮਾਜ ਵਿਗਿਆਨ ਦੀ ਗੱਲ ਆ ਜਾਂ ਆਰਥਿਕ ਵਿਗਿਆਨ ਦੀ ਗੱਲ ਹੈ ਤੇ ਇਕਨੋਮਿਕਸ ਵਾਲਿਆਂ ਦੀ ਗੱਲ ਆ। ਮੇਰਾ ਖੇਤਰ ਹੈ ਜਿਹੜਾ, ਉਹ ਤਾਂ ਸਾਹਿਤ ਅਧਿਐਨ ਦਾ ਖੇਤਰ ਹੈ, ਕਵਿਤਾ ਦੇ ਅਧਿਐਨ ਦਾ ਖੇਤਰ ਆ, ਵਿਸ਼ੇਸ਼ ਤੌਰ ਤੇ ਕਵਿਤਾ ਦੇ ਅਧਿਐਨ ਦਾ ਖੇਤਰ। ਤੇ ਮੈਂ ਸੋਚਿਆ ਕਿ ਕਵਿਤਾ ਦੇ ਵਿੱਚ ਮੈਨੂੰ ਉਹਨਾਂ ਲੋਕਾਂ ਦੀ ਤਲਾਸ਼ ਕਰਨੀ ਚਾਹੀਦੀ ਹੈ ਕਿ ਉਹਨਾਂ ਲੋਕਾਂ ਦੀ ਕਿਤੇ ਕਵਿਤਾ ਹੈਗੀ ਹੈ। ਤਾਂ ਉਸ ਤਲਾਸ਼ ਦੇ ਵਿੱਚ ਜਦੋਂ ਮੈਂ ਨਿਕਲਿਆ ਤਾਂ ਆਧੁਨਿਕ ਪੰਜਾਬੀ ਕਵਿਤਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇੱਕ ਬੱਧਾ ਰੁੱਧਾ ਸਾਡੇ ਕੋਲੇ ਪੈਟਰਨ ਆ। ਤੁਸੀਂ 5ਵੀਂ 6ਵੀਂ ਤੋਂ ਉਹ ਪੜ੍ਹਨਾ ਸ਼ੁਰੂ ਕਰ ਦਿੰਦੇ ਆ, MA ਤੱਕ ਚੱਲਦਾ ਹੈ ਕਿ ਭਾਈ ਵੀਰ ਸਿੰਘ, ਧਨੀ ਰਾਮ ਚਾਤਰਕ, ਲਾਲਾ ਕਿਰਪਾ ਸਾਗਰ, ਪੂਰਨ ਸਿੰਘ, ਅਮਰਤਾ ਪ੍ਰੀਤਮ, ਮੋਹਨ ਸਿੰਘ, ਈਸ਼ਵਰ ਚਿੱਤਰਕਾਰ, ਬਾਵਾ ਬਲਵੰਤ, ਆਪਣੇ ਜਸਵੀਰ ਸਿੰਘ ਆਲੂਵਾਲੀਆ, ਰਵਿੰਦਰ ਰਵੀ, ਪਾਸ਼, ਜਗਤਾਰ, ਪਾਤਰ, ਸਰਜੀਤ ਪਾਤਰ, ਤੇ ਉਸ ਤੋਂ ਬਾਅਦ ਅਸੀਂ ਕਹਿੰਦੇ ਸਮਕਾਲੀ ਕਵਿਤਾ। ਸਾਡੇ ਪੰਜਾਬੀ ਕਵਿਤਾ ਦਾ ਇਹ ਇਤਿਹਾਸ ਆ। ਕੋਈ ਗਲਤ ਤਾਂ ਨਹੀਂ ਕਹਿਤਾ ਮੈਂ? ਮੈਨੂੰ ਇਹ ਲੱਗਿਆ ਕਿ ਇਹ ਬੰਦੇ ਚੰਗੇ ਕਵੀ ਹੋਣਗੇ, ਪਰ ਕੀ ਕੁਝ ਹੋਰ ਵੀ ਕੋਈ ਕਵੀ ਹੋਊਗਾ? ਤਾਂ ਬਹੁਤ ਸਾਰੀਆਂ ਇਸ ਸੰਗ੍ਰਹਿ ਵਿੱਚ ਜਿਹੜੀਆਂ ਬਹੁਤ ਸਾਰੀਆਂ ਕਵਿਤਾਵਾਂ ਸ਼ਾਮਲ ਕੀਤੀਆਂ ਗਈਆਂ, ਉਹ ਕਵਿਤਾਵਾਂ ਮੈਂ ਨਹੀਂ ਲੱਭੀਆਂ, ਹੋਰ ਖੋਜੀਆਂ ਨੇ ਲੱਭੀਆਂ। ਮੈਂ ਤਾਂ ਉਹਨਾਂ ਨੂੰ ਸਿਰਫ ਇੱਕ ਥਾਂ ਇਕੱਠੇ ਕੀਤਾ। ਤਾਂ ਪਹਿਲੀ ਜਿਹੜੀ ਇਹਦੇ ਵਿੱਚ ਕਵਿਤਾ ਹੈਗੀ ਆ ਉਹ ਪੀਰੋ ਦੀ। ਤਾਂ ਅਸੀਂ
ਆਧੁਨਿਕ ਪੰਜਾਬੀ ਕਵਿਤਾ ਦੇ ਵਿੱਚ ਕਹਿੰਦੇ ਆ ਕਿ ਪਹਿਲੀ ਕਵਿਤਰੀ ਕੌਣ ਆ, ਅਸੀਂ ਅੰਮ੍ਰਿਤਾ ਪ੍ਰੀਤਮ ਕਹਿੰਦੇ ਆ। ਪਰ ਅੰਮ੍ਰਿਤਾ ਪ੍ਰੀਤਮ ਜੇ ਕੋਈ ਇਹ ਵੀ ਕਹਦੇ ਕਿ ਪਹਿਲੀ ਕਵਿਤਰੀ ਨਹੀਂ ਗੀ, ਕੁਝ ਹੋਰ ਕਵਿਤਰੀਆਂ ਵੀ ਸੀਗੀਆਂ, ਜਿਵੇਂ ਇਹਨਾਂ ਦੇ ਭਾਈ ਕਾਹਨ ਸਿੰਘ ਨਾਭਾ ਹੋਰਾਂ ਦੇ ਪਰਿਵਾਰ ਵਿੱਚੋਂ ਹਰਨਾਮ ਕੌਰ ਸੀ, ਪਾਰਸ ਸ਼ੋਹ ਵਾਲੀ, ਕੁਝ ਹੋਰ ਕਵਿਤਰੀਆਂ ਵੀ ਸੀਗੀਆਂ ਉਸ ਸਮੇਂ ਲਿਖ ਰਹੀਆਂ। ਪਰ ਇਸ ਦੇ ਬਾਵਜੂਦ ਅਸੀਂ ਉਹਨੂੰ ਕਹਿੰਦੇ ਕਿ ਪ੍ਰਸਿੱਧ ਕਵਿਤਰੀ ਹੈ। ਚੰਗੀ ਕਵਿਤਰੀ ਸੀ, ਵਧੀਆ ਕਵਿਤਰੀ ਸੀ, ਪ੍ਰਸਿੱਧ ਕਵਿਤਰੀ ਵੀ ਸੀ। ਪਰ ਕੀ ਉਹ ਪੰਜਾਬੀ ਦੀ ਪਹਿਲੀ ਕਵਿਤਰੀ ਸੀ? ਤਾਂ ਕਿਸੇ ਸਮੇਂ ਸਾਡੇ ਇੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਲਾਇਬ੍ਰੇਰੀ ਦੇ ਵਿੱਚ ਕੰਮ ਕਰਦੇ ਇੱਕ ਦੋਸਤ ਸੰਤੋਖ ਸਿੰਘ ਸ਼ਹਿਰਯਾਰ, ਉਹਦਾ ਛੋਟਾ ਨਾਮ ਸੰਤੋਖ ਸਿੰਘ ਸ਼ਹਿਰਯਾਰ, ਉਹਨੇ ਖਰੜੇ ਲੱਭੇ ਕਿ ਭਾਈ ਇੱਕ ਪੀਰੋ ਨਾਂ ਦੀ ਔਰਤ ਸੀਗੀ ਜਿਹੜੀ ਕਵਿਤਾ ਲਿਖਦੀ ਸੀ। ਕਿਹੜੇ ਸਮੇਂ ਲਿਖਦੀ ਸੀ? ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਉਹ ਕਵਿਤਾ ਲਿਖਦੀ ਸੀ। ਤਾਂ ਉਸੇ ਸਮੇਂ ਹੋਰ ਕੁਝ ਕਵਿਤਰੀਆਂ ਦੀ ਵੀ ਦੱਸ ਪਈ ਆ ਕਿ ਸਾਹਿਬ ਦੇਵੀ, ਨੌਰੰਗ ਦੇਵੀ, ਇਸ ਕਿਸਮ ਦੇ ਸਾਡੇ ਕੋਲ ਹੋਰ ਵੀ ਸਾਹਿਬ ਦੇਵਾ, ਨੌਰੰਗ ਦੇਵੀ, ਇਸ ਕਿਸਮ ਦੇ ਹੋਰ ਨਾਂ ਵੀ ਆਏ ਆ। ਪਰ ਪੀਰੋ ਉਸ ਸਮੇਂ ਕਵਿਤਾ ਲਿਖ ਰਹੀ ਸੀ। ਤਾਂ ਕੀ ਉਹ ਪੀਰੋ ਨੂੰ ਸਾਡੇ ਸਿਲੇਬਸਾਂ 'ਚ ਸ਼ਾਮਲ ਨਹੀਂ ਸੀ ਕਰਨਾ ਚਾਹੀਦਾ? ਤੇ ਖਾਸ ਕਰਕੇ ਉਸ ਸਮੇਂ ਉਹਨੂੰ ਸ਼ਾਮਲ ਕਰਨਾ ਹੋਰ ਵੀ ਜ਼ਰੂਰੀ ਬਣ ਜਾਂਦਾ ਹੈ ਕਿ ਜਦੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਉਹ ਧਰਮ ਪੱਖੋਂ ਕਿਹਾ ਜਾ ਸਕਦਾ ਹੈ ਕਿ ਉਹ ਇਸਲਾਮ ਧਰਮ ਨਾਲ ਪਹਿਲਾਂ ਸੰਬੰਧ ਰੱਖਦਾ ਸੀ ਉਹਦਾ ਮਾਂ ਪਿਓ। ਜਦੋਂ ਅਸੀਂ ਇਹ ਦੇਖਦੇ ਹਾਂ ਕਿ ਉਹ ਦਲਿਤ ਘਰ ਵਿੱਚ ਪੈਦਾ ਹੋਈ, ਜਦੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਉਹ ਪੇਸ਼ੇ ਵਜੋਂ ਕਹਿ ਸਕਦੇ ਹਾਂ ਕਿ ਵੇਸਵਾ ਸੀ, ਜਦੋਂ ਇਹ ਪਤਾ ਲੱਗਦਾ ਹੈ ਕਿ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਤੋਪਚੀ ਹੈਗਾ ਅਲਾਹੀ ਬਖਸ਼, ਉਹਨੂੰ ਜ਼ਬਰਦਸਤੀ ਚੱਕ ਕੇ ਆਪਦੇ ਘਰ ਲੈ ਜਾਂਦਾ, ਕੁਛ ਦੇਰ ਉਹਦੇ ਨਾਲ ਰਹਿੰਦੀ ਹੈ, ਫਿਰ ਉਹਨੂੰ ਇੱਕ ਉਸ ਸਮੇਂ ਦਾ ਸੰਤ ਆ ਜਿਹੜਾ ਗੁਲਾਬ ਦਾਸ, ਉਹ ਆਪਣੇ ਡੇਰੇ 'ਚ ਉਹਦੇ ਸ਼ਰਨ ਲੈ ਲੈਂਦੀ ਆ। ਉਹ ਗੁਲਾਬ ਦਾਸ ਦੇ ਨਾਲ ਰਹਿੰਦੀ ਹੈ, ਉੱਥੇ ਉਹ ਰਲ ਕੇ ਉਹਦੇ ਨਾਲ ਸੀਹਰਫੀਆਂ ਲਿਖਦੀ ਹੈ। ਉਹ ਜਦੋਂ ਸੀਹਰਫੀਆਂ ਲਿਖਦੀ ਆ, ਉਹਨਾਂ ਸੀਹਰਫੀਆਂ, ਉਹਨਾਂ ਕਾਫੀਆਂ, ਉਹਨਾਂ ਕਲਾਮ ਨੂੰ ਤੁਹਾਡੇ ਸਿਲੇਬਸ 'ਚ ਸ਼ਾਮਲ ਕੀਤਾ ਤੇ ਉਹਦੇ ਵਿੱਚ ਜਿਹੜੀਆਂ ਉਹ ਗੱਲਾਂ ਉਠਾਉਂਦੀ ਹੈ ਪੀਰੋ, ਉਹ ਇੰਨੀਆਂ ਵੱਖਰੀਆਂ ਨੇ ਕਿ ਜਿਹੜੀਆਂ ਪੰਜਾਬੀ ਕਵਿਤਾ ਦੇ ਵਿੱਚ ਉਸ ਤੋਂ ਪਹਿਲਾਂ ਕਿਸੇ ਨੇ ਵੀ ਨਹੀਂ ਉਠਾਈਆਂ ਸੀ। ਉਹਨਾਂ 'ਚੋਂ ਇੱਕ ਗੱਲ ਇਹ ਕਿ ਜੇ ਤੁਸੀਂ ਵੇਖੋ ਤਾਂ ਸਾਡੇ ਮੱਧ ਕਾਲ ਦੇ ਵਿੱਚ ਸਾਡੇ ਕੋਲ ਕੋਈ ਕਵਿਤਰੀ ਹੋਈ ਹੈ ਨਹੀਂ। ਗੁਰੂ ਕਵੀਆਂ ਦੇ ਵਿੱਚੋਂ ਕੋਈ ਕਵਿਤਾ ਔਰਤ ਨੇ ਨਹੀਂ ਲਿਖੀ। ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਔਰਤ ਦਾ ਕੋਈ ਦਰਜ ਨਹੀਂ ਆ। ਜੇ ਅਸੀਂ ਵੇਖੀਏ ਕਿੱਸਾਕਾਰ, ਕੋਈ ਬੰਦਾ ਕਿੱਸਾਕਾਰ ਹੈਗੇ ਆ, ਔਰਤ ਕੋਈ ਕਿੱਸਾਕਾਰ ਨਹੀਂ। ਜੇ ਅਸੀਂ ਸੂਫੀ ਦੇਖੀਏ ਤਾਂ ਕੋਈ ਔਰਤ ਸੂਫੀ ਨਹੀਂ। ਹਿੰਦੀ ਦੇ ਵਿੱਚ ਸਾਡੇ ਕੋਲੇ ਮੀਰਾ ਮਿਲਦੀ ਹੈ। ਜੇ ਅਸੀਂ ਮਾ ਕੇ ਗੱਲ ਕਰੀਏ ਕਿ ਪੁਰਾਣੇ ਸਾਡੇ ਵੇਦਾਂ ਦੀ, ਤਾਂ ਜ਼ਰੂਰ ਉੱਥੇ ਕੁਝ ਨਾਂ ਮਿਲਦੇ ਨੇ ਕਿ ਉਹ ਇਹ ਸੀਗੀਆਂ ਰੰਬਾ ਜਾਂ ਗਾਰਗੀ, ਕੁਝ ਉਪਨਿਸ਼ਦਾਂ 'ਚ ਇਹੋ ਜਿਹੇ ਨਾਂ ਮਿਲਦੇ ਆ ਕਿ ਔਰਤਾਂ ਨੇ ਲਿਖਿਆ। ਪਰ ਪੰਜਾਬੀ ਸਾਹਿਤ ਦੇ ਵਿੱਚ 1400 ਤੋਂ ਲੈ ਕੇ 1900 ਤੱਕ ਸਾਡੇ ਕੋਲ ਇੱਕ ਵੀ ਔਰਤ ਦਾ ਨਾਂ ਨਹੀਂ ਆਉਂਦਾ। ਕੀ ਔਰਤਾਂ ਗੂੰਗੀਆਂ ਸੀ? ਕੀ ਔਰਤਾਂ ਦੇ ਮਨ ਅੰਦਰ ਵਲਵਲੇ ਨਹੀਂ ਪੈਦਾ ਹੁੰਦੇ ਹੋਣਗੇ? ਕੀ ਔਰਤਾਂ ਨਹੀਂ ਲਿਖਦੀਆਂ ਰਹੀਆਂ ਹੋਣਗੀਆਂ? ਤਾਂ ਸਾਨੂੰ ਇਹ ਕਿ ਸਾਡੇ ਸਮਾਜ ਨੇ ਔਰਤ ਨੂੰ ਇੰਨਾ ਦਬਾਇਆ ਹੋਇਆ ਸੀ ਕਿ ਉਹ ਆਪਦੀ ਆਵਾਜ਼ ਵੀ ਨਹੀਂ ਕੱਢ ਸਕਦੀ। ਤੇ ਜੇ ਉਹ ਆਵਾਜ਼ ਕੱਢਦੀ ਸੀ ਤਾਂ ਕਿਹਦੇ ਰੂਪ 'ਚ ਕੱਢਦੀ ਸੀ? ਉਹ ਲੋਕ ਗੀਤਾਂ ਦੇ ਰੂਪ ਵਿੱਚ ਕੱਢਦੀ ਸੀ ਤੇ ਆਪਣਾ ਨਾਂ ਨਹੀਂ ਦਿੰਦੀ ਸੀ। ਲੋਕ ਗੀਤ ਦੀ ਇੱਕ ਪਛਾਣ ਤੁਹਾਨੂੰ ਦੱਸੀ ਜਾਂਦੀ ਹੈ। ਕੀ ਪਛਾਣ ਦੱਸੀ ਜਾਂਦੀ ਹੈ? ਕਿ ਜਿਹੜਾ ਗੀਤ ਆ ਉਹਦੇ ਤੇ ਬੰਦੇ ਦਾ ਨਾਂ ਹੁੰਦਾ, ਲੇਖਕ ਦਾ ਨਾਂ ਹੁੰਦਾ। ਜਿਹੜਾ ਲੋਕ ਗੀਤ ਆ ਉਹਦੇ ਤੇ ਕਿਸੇ ਦਾ ਨਾਂ ਹੀ ਨਹੀਂ ਹੁੰਦਾ। ਤੇ ਨਾ ਹੀ ਜਿਹੜਾ ਨਾਂ ਹੋਣਾ ਇਹ ਅਸਲ ਦੇ ਵਿੱਚ ਹੈ ਕਿ ਜਿੰਨੇ ਲੋਕ ਗੀਤ ਆ ਲਗਭਗ ਉਹ ਸਾਰੇ ਹੀ, ਬਹੁਤੇ ਤਾਂ ਤੁਹਾਨੂੰ ਪਤਾ ਹੀ, ਇੱਕ ਚਾਹੇ ਸੁਹਾਗ ਹੈ ਚਾਹੇ ਘੋੜੀਆਂ, ਉਹ ਬੰਦਿਆਂ ਨੇ ਤਾਂ ਕਦੇ ਗਾਏ ਨਹੀਂ, ਔਰਤਾਂ ਹੀ ਗਾਉਂਦੀਆਂ ਤੇ ਔਰਤਾਂ ਦੇ ਉਹ ਸਿਰਜੇ ਜਾਂ ਲਿਖੇ ਆ, ਔਰਤਾਂ ਦੇ ਮਨ ਦੀਆਂ ਇਛਾਵਾਂ ਹੀ ਉਹਦੇ ਵਿੱਚ ਸ਼ਾਮਲ ਨੇ। ਤਾਂ ਉਹ ਗੂੰਗੇ ਬੰਦਿਆਂ ਨੂੰ ਜ਼ਬਾਨ ਦੇਣ ਦੀ ਇੱਕ ਰੂਪ ਸੀ। ਪਰ ਜਦੋਂ ਪੀਰੋ ਆਪਦਾ ਨਾਂ ਲੈ ਲੈ ਕੇ ਲਿਖਦੀ ਆ ਤਾਂ ਉਹਦੇ ਵਿੱਚ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਉਠਾਉਂਦੀ ਹੈ। ਇੱਕ ਇਹ ਕਹਿੰਦੀ ਕਿ ਵੀ ਜਿਹੜੇ ਧਰਮ ਦੀਆਂ ਬਾਹਰੀ ਨਿਸ਼ਾਨੀਆਂ, ਇੱਕ ਤਾਂ ਧਰਮ ਅੰਦਰ ਹੋਇਆ, ਇੱਕ ਧਰਮ ਦੀਆਂ ਬਾਹਰੀ ਨਿਸ਼ਾਨੀਆਂ। ਬਾਹਰੀ ਨਿਸ਼ਾਨੀਆਂ ਕੀ ਹੈ? ਕਿ ਵੀ ਜੇ ਬੰਦੇ ਨੇ ਪੱਗ ਬੰਨ੍ਹ ਲਈ ਤਾਂ ਬੰਦਾ ਸਿੱਖ ਹੋ ਗਿਆ, ਜੇ ਬੰਦੇ ਨੇ ਮਾਰ ਕੇ ਬੋਧੀ ਰੱਖ ਲਈ ਤਾਂ ਬੰਦਾ ਹਿੰਦੂ ਹੋ ਗਿਆ, ਜੇ ਬੰਦੇ ਨੇ ਮਾਰ ਕੇ ਦਾੜੀ ਰੱਖ ਲਈ, ਮੁੱਛਾਂ ਕਟਾ ਦੀਆਂ, ਬੰਦਾ ਮੁਸਲਮਾਨ ਹੋ ਗਿਆ। ਉਹ ਕਹਿੰਦੀ ਕਿ ਭਾਈ ਬੰਦਾ ਤਾਂ ਇਉਂ ਧਰਮ ਅਪਣਾ ਲੂਗਾ। ਔਰਤ ਕਾ ਕਿਆ ਕੀਜ਼ੇ, ਉਹਦਾ ਸ਼ਬਦ ਆ ਕਿ ਔਰਤ ਕਾ ਕਿਆ ਕੀਜ਼ੇ। ਇਹ ਕਾਫੀ ਹੈ ਜਿਹੜੀ ਤੁਸੀਂ ਪੜ੍ਹੀ ਹੋਊਗੀ, ਉਹਦੇ ਵਿੱਚ ਹੈ ਕਿ ਔਰਤ ਕਾ ਕੀ ਕੀਜ਼ੇ। ਔਰਤ ਦਾ ਕੀ ਕਰੀਏ? ਕਿ ਔਰਤ ਦੇ ਤਾਂ ਦਾੜੀ ਹੈ ਨਹੀਂ, ਉਹ ਦਾੜੀ ਤੋਂ ਤਾਂ ਉਹਦੇ ਪਛਾਣ ਹੀ ਨਹੀਂ ਦੱਸ ਸਕਦੀ ਕਿ ਮੈਂ ਕਿਹੜੇ ਧਰਮ ਦੀ। ਵਾਲ ਉਹ ਕਟਾ ਨਹੀਂ ਸਕਦੀ। ਤਾਂ ਇਸੇ ਤਰ੍ਹਾਂ ਹੀ ਉਹ ਕਹਿੰਦੀ ਕਿ ਵੀ ਜਿਹੜਾ ਪੁਰਸ਼ ਆ, ਬੰਦਾ,
मुसलमान धर्म ਦੇ ਵਿੱਚ ਉਹਦੀ ਸੁन्नत ਕੀਤੀ ਜਾਂਦੀ ਆ ਔਰਤ ਕਾ ਕਾ ਕੀਚੇ ਤਾਂ ਉਹਨੇ ਕਿਹਾ ਕਿ ਇਹਦਾ ਮਤਲਬ ਔਰਤ ਕਿਸੇ ਧਰਮ 'ਚ ਪ੍ਰਵੇਸ਼ ਹੀ ਨਹੀਂ ਕਰ ਸਕਦੀ ਬਾਹਰੀ ਚਿੰਨ੍ਹਾਂ ਨਾਲ ਤਾਂ ਉਹਨੂੰ ਤਾਂ ਅੰਦਰ ਜੇ ਕਿਸੇ ਧਰਮ 'ਚ ਉਹਨੇ ਆਸਥਾ ਰੱਖਣੀ ਪਊ ਤਾਂ ਉਹਨੂੰ ਆਪਦੇ ਅੰਦਰੋਂ ਰੱਖਣੀ ਪਊਗੀ ਉਹ ਬਾਹਰੀ ਚਿੰਨ੍ਹਾਂ ਨਾਲ ਨਹੀਂ ਉਹ ਕਿਸੇ ਧਰਮ ਦੇ ਵਿੱਚ ਰਲ ਸਕਦੀ ਤਾਂ ਇਹ ਪ੍ਰਸ਼ਨ ਅੱਜ ਤੋਂ 150 ਸਾਲ ਪਹਿਲਾਂ ਉਠਾਉਣਾ ਬਹੁਤ ਮੁਸ਼ਕਿਲ ਸੀ ਇਹ ਸਵਾਲ ਉਠਾਉਣਾ ਅੱਜ ਵੀ ਮੁਸ਼ਕਿਲ ਉਹ ਵਾਰ-ਵਾਰ ਕਹਿੰਦੀ ਹੈ ਕਿ ਮੈਂ ਬਲਿਹਾਰੀ ਸਤਿਗੁਰ ਆਪਣੇ ਕਿਹੜੇ ਸਤਿਗੁਰ ਦੇ ਗੁਲਾਬਦਾਸ ਦੇ ਕਿਉਂ ਬਲਿਹਾਰੀ ਜਾਂਦੀ ਹੈ ਵਾਰ-ਵਾਰ ਗੁਲਾਬਦਾਸ ਦੀ ਉਹ ਕਹਿੰਦੀ ਕਿ ਜਿਸ ਨੇ ਸ਼ੂਦਰ ਨਾਰੀ ਕੋ ਸ਼ਰਨ ਦਿਆ ਤੇ ਕਿਸੇ ਸ਼ੂਦਰ ਨਾਰੀ ਨੂੰ ਉਸ ਸਮੇਂ ਦੀ ਤਥਾ ਕਥਿਤ ਉੱਚੀ ਜਾਤ ਮਤਲਬ ਕਿ ਵੈਸ਼ ਜੱਟ ਦੇ ਡੇਰੇ 'ਚ ਉਹਨੇ ਆਪਣੇ ਡੇਰੇ ਦੇ ਵਿੱਚ ਸ਼ਰਨ ਦੇਣੀ ਉਹਨੂੰ ਆਪਣੇ ਘਰ ਬਿਠਾਉਣਾ ਬਹੁਤ ਮੁਸ਼ਕਲ ਕੰਮ ਸੀਗਾ ਅੱਜ ਵੀ ਤੁਹਾਨੂੰ ਪਤਾ ਕਿ ਅੰਤਰਜਾਤੀ ਵਿਆਹਾਂ ਦੇ ਵਿੱਚ ਕਿੰਨੇ ਝਗੜੇ ਪੈਂਦੇ ਆ ਪਰ ਉਸ ਸਮੇਂ ਇਹ ਹੋਰ ਵੀ ਮੁਸ਼ਕਲ ਸੀ ਤਾਂ ਇਸ ਕਰਕੇ ਉਹ ਵਾਰੀ-ਵਾਰੀ ਜਾਂਦੀ ਹੈ ਕਿ ਮੈਂ ਬਲਿਹਾਰੀ ਗੁਰ ਆਪਣੇ ਮੈਂ ਸਤਿਗੁਰ ਤੋਂ ਵਾਰੀ ਗੁਲਾਬਦਾਸ ਤਾਂ ਉਸ ਪੀਰੋ ਦੀਆਂ ਜਿਹੜੀਆਂ ਕਾਫੀਆਂ ਨੇ ਉਹਨਾਂ ਕਾਫੀਆਂ ਨੂੰ ਇਹ ਸੋਚ ਕੇ ਪਾਇਆ ਗਿਆ ਕਿ ਦੋ ਗੱਲਾਂ ਜ਼ਰੂਰ ਸਾਡੇ ਵਿਦਿਆਰਥੀਆਂ ਦੇ ਮਨਾਂ ਵਿੱਚ ਕਲੀਅਰ ਹੋਣ ਇੱਕ ਇਹ ਕਿ ਅੰਮ੍ਰਿਤਾ ਪ੍ਰੀਤਮ ਸਾਡੀ ਵੱਡੀ ਕਵਿੱਤਰੀ ਆ ਪਰ ਉਸ ਤੋਂ ਪਹਿਲਾਂ ਵੀ ਪੰਜਾਬੀ ਵਿੱਚ ਕਵਿਤਾ ਲਿਖੀ ਜਾਂਦੀ ਸੀ ਤੇ ਦੂਸਰੀ ਗੱਲ ਇਹ ਕਿ ਜਿਹੜੀ ਔਰਤ ਕਵਿਤਾ ਲਿਖ ਰਹੀ ਸੀਗੀ ਜਿਹਨੂੰ ਅਸੀਂ ਤਥਾ ਕਥਿਤ ਨੀਵੀਂ ਜਾਤ ਕਹਿੰਦੇ ਆ ਜਿਹਦੇ ਕੰਮ ਨੂੰ ਅਸੀਂ ਤਥਾ ਕਥਿਤ ਕਹਿ ਦਿੰਦੇ ਆ ਕਿ ਮਾੜਾ ਕੰਮ ਆ ਉਸ ਔਰਤ ਦੇ ਅੰਦਰ ਵੀ ਸਿਰਜਣਾ ਹੋ ਸਕਦੀ ਹੈ ਤੇ ਉਸ ਔਰਤ ਨੇ ਜਿਹੜੇ ਪ੍ਰਸ਼ਨ ਉਠਾਏ ਸਾਡੇ ਉਸ ਵੇਲੇ ਦੇ ਸਮਾਜਿਕ ਪ੍ਰਬੰਧ ਤੇ ਧਾਰਮਿਕ ਪ੍ਰਬੰਧ ਤੇ ਕਿ ਬਾਹਰੀ ਚਿੰਨ੍ਹਾਂ ਨਾਲ ਕੋਈ ਬੰਦਾ ਧਾਰਮਿਕ ਨਹੀਂ ਹੋ ਜਾਂਦਾ ਉਹ ਅੱਜ ਵੀ ਮਹੱਤਵਪੂਰਨ ਆ ਇਹ ਇਸ ਕਾਰਨ ਕਰਕੇ ਆਪਾਂ ਉਹ ਪੀਰੋ ਸ਼ਾਮਲ ਕੀਤੀ ਗਈ ਹੈ ਪੀਰੋ ਦੇ ਕਲਾਮ ਨੂੰ ਤੁਸੀਂ ਇਸ ਪ੍ਰਸੰਗ ਦੇ ਵਿੱਚ ਪੜ੍ਹਨਾ ਤੇ ਸਮਝਣਾ ਦੂਸਰੀ ਜਿਹੜੀ ਗੱਲ ਹੈਗੀ ਹੈ ਮੈਂ ਸਿਰਫ ਔਰਤ ਬਾਰੇ ਗੱਲ ਕੀਤੀ ਹੈ ਜਿਹੜੀ ਦੂਸਰੀ ਗੱਲ ਹੈਗੀ ਹੈ ਕਿ ਜਦੋਂ ਵੀ ਅਸੀਂ ਦੇਸ਼ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਸਾਡੇ ਕੋਲ ਜਿਹੜਾ ਦੇਸ਼ ਦਾ ਵੱਡਾ ਇਤਿਹਾਸ ਆ ਉਹਦੇ ਵਿੱਚ ਇੱਕ ਵੱਡੀ ਗੱਲ ਆਉਂਦੀ ਆ ਕਿ ਬਸਤੀਵਾਦ ਨੇ ਇੱਥੇ ਕਬਜ਼ਾ ਕਰ ਲਿਆ ਅੰਗਰੇਜ਼ਾਂ ਨੇ ਇੱਥੇ ਕਬਜ਼ਾ ਕਰ ਲਿਆ ਇੱਕ ਦਿਨ ਉਹ ਗੋਰੇ ਇੱਥੋਂ ਕੱਢਦੇ ਤੇ ਕੱਢ ਦਿੱਤੇ ਤੇ ਕੱਢਣ ਵਾਲੇ ਕੌਣ ਸੀ ਸਾਡੇ ਕੋਲੇ ਨਾਂ ਆਉਂਦੇ ਆ ਕਿ ਜਵਾਹਰ ਲਾਲ ਨਹਿਰੂ ਜੀ ਦੀ ਤੇ ਮਹਾਤਮਾ ਗਾਂਧੀ ਜੀ ਤੇ ਕਿਤੇ ਕਿਤੇ ਨਾਂ ਪਟੇਲ ਜੀ ਦਾ ਆ ਜਾਂਦਾ ਤੇ ਬਸ ਕੁਝ ਹੋਰ ਬੰਦੇ ਸਨ ਜਦੋਂ ਅਸੀਂ ਪੰਜਾਬ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਸਾਨੂੰ ਲੱਗਦਾ ਹੈ ਕਿ ਪੰਜਾਬ ਵਿੱਚ ਤਾਂ ਜਿਹੜੇ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋਣ ਵਾਲੇ ਬੰਦੇ ਆ ਇਹ ਤੇ ਸਾਰੇ ਉਹ ਬੰਦੇ ਆ ਕਿ ਜਿਹੜੇ ਬੰਦਿਆਂ ਨੇ ਸੰਘਰਸ਼ ਕੀਤਾ ਹੋਊਗਾ ਜੇਲ੍ਹਾਂ ਦੇ ਵਿੱਚ ਗਏ ਹੋਣਗੇ ਪਰ ਇਸ ਦੇ ਬਾਵਜੂਦ ਇਹਨਾਂ ਨੇ ਤਾਂ 47 ਤੋਂ ਬਾਅਦ ਰਾਜਗੱਦੀ ਸੰਭੀ ਹੈ ਤੇ ਅਸੀਂ ਪੰਜਾਬ ਦੇ ਵਿੱਚ ਕੀ ਵੇਖਦੇ ਆ ਕਿ ਕਿਸੇ ਸਮੇਂ ਮਾਕੇ ਜਿਹੜੇ ਇੱਥੋਂ ਥੋੜੀ ਦੂਰ ਜਿਹੜੇ ਮਾਕੇ ਕੂਕੇ ਸ਼ਹੀਦ ਹੋ ਰਹੇ ਇਸ ਮਲੇਰਕੋਟਲੇ ਦੇ ਨੇੜੇ ਕੂਕੇ ਸ਼ਹੀਦ ਹੋ ਰਹੇ ਆ ਨਾਲ ਮਾਕੇ ਲੁਧਿਆਣੇ ਦੇ ਨਾਲ ਪਿੰਡ ਸਰੱਬ ਹੈ ਕਰਤਾਰ ਸਿੰਘ ਸ਼ਹੀਦ ਹੋ ਰਿਹਾ ਇਹ ਥੋੜਾ ਜਿਹਾ ਹੀ ਮਾਕੇ ਜਲੰਧਰ ਦੇ ਪਰਲੇ ਪਾਸੇ ਪਿਛਲਾ ਪਿੰਡ ਪੈਂਦਾ ਵੈਸੇ ਤਾਂ ਪਾਕਿਸਤਾਨ ਦੇ ਵਿੱਚ ਉਦੋਂ ਰਹਿੰਦੇ ਸੀਗੇ ਸ਼ਹੀਦ ਭਗਤ ਸਿੰਘ ਦਾ ਪਿੰਡ ਪੈਂਦਾ ਤਾਂ ਇਹ ਬੰਦੇ ਜਿਹੜੇ ਸ਼ਹੀਦ ਹੋਏ ਇਹਨਾਂ ਦਾ ਇਤਿਹਾਸ ਕਿੱਥੇ ਆ ਇਹਨਾਂ ਦੀਆਂ ਕਵਿਤਾਵਾਂ ਕਿੱਥੇ ਤਾਂ ਉਸ ਪ੍ਰਸੰਗ ਦੇ ਵਿੱਚ ਜਦੋਂ ਵੇਖਿਆ ਤਾਂ ਰਿਹਾ ਕਿ ਸਾਡੇ ਇੱਕ ਬਹੁਤ ਵੱਡੀ ਗਦਰ ਲਹਿਰ ਚੱਲੀ ਕਿ ਪੰਜਾਬ ਦੇ ਵਿੱਚੋਂ ਜਦੋਂ ਅੰਗਰੇਜ਼ ਇੱਥੇ ਆਏ ਅੰਗਰੇਜ਼ਾਂ ਨੇ ਇੱਥੇ ਜ਼ਮੀਨਾਂ ਦੇ ਵਿੱਚ ਨਹਿਰਾਂ ਕੱਢੀਆਂ ਇੱਥੇ ਉਪਜ ਵਧੀ ਪਰ ਇੱਕ ਖਾਸ ਪੜਾਅ ਤੋਂ ਬਾਅਦ ਟੈਕਸ ਬਹੁਤ ਜ਼ਿਆਦਾ ਲਾਤਾ ਉਹ ਜਦੋਂ ਟੈਕਸ ਬਹੁਤ ਜ਼ਿਆਦਾ ਲਾਤਾ ਤਾਂ ਉਸ ਸਥਿਤੀ ਦੇ ਵਿੱਚ ਕੀ ਹੋਇਆ ਕਿ ਕਿਸਾਨਾਂ ਨੇ ਲਾਏ ਹੋਏ ਟੈਕਸ ਦੇ ਖਿਲਾਫ ਲਹਿਰ ਚੱਲੀ ਤਾਂ ਉਸ ਲਹਿਰ ਦੇ ਵਿੱਚ ਕੌਣ ਬੰਦੇ ਸੀ ਭਗਤ ਸਿੰਘ ਦਾ ਬਾਪੂ ਭਗਤ ਸਿੰਘ ਦਾ ਚਾਚਾ ਅਜੀਤ ਸਿੰਘ ਬਾਪੂ ਕਿਸ਼ਨ ਸਿੰਘ ਉਹ ਜਿਹੜੀ ਲਹਿਰ ਆ ਉਸ ਲਹਿਰ ਦੇ ਵਿੱਚ ਹੀ ਇੱਕ ਮਤਲਬ ਕਿ ਕਵਿਤਾ ਜਿਹੜੀ ਪੰਜਾਬੀ ਦੀ ਪੜ੍ਹੀ ਗਈ ਤੇ ਉਹ ਜਿਹੜੀ ਕਵਿਤਾ ਪੜ੍ਹੀ ਗਈ ਬਾਂਕੇ ਦਿਆਲ ਦੀ ਕਵਿਤਾ ਹੈਗੀ ਕਿ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਤੇ ਉਸ ਲਹਿਰ ਦਾ ਨਾਂ ਹੀ ਪਗੜੀ ਸੰਭਾਲ ਜੱਟਾ ਪੈ ਗਿਆ ਕੀ ਉਹ ਕਵਿਤਾ ਸਾਨੂੰ ਆਪਣੇ ਸਿਲੇਬਸ ਸ਼ਾਮਲ ਕਰਨੀ ਚਾਹੀਦੀ ਹੈ ਕਿ ਨਹੀਂ ਸ਼ਾਮਲ ਕਰਨੀ ਕਿ ਜਿਸ ਦੇ ਨਾਂ ਉੱਤੇ ਲਹਿਰ ਦਾ ਮੁੜ ਕੇ ਨਾਮ ਪਿਆ ਤੇ ਜਿਹੜੀ ਪਗੜੀ ਸੰਭਾਲ ਜੱਟਾ ਉਹਦੇ ਵਿੱਚ ਇੱਕ ਸ਼ਬਦ ਵਾਰ-ਵਾਰ ਆਉਂਦਾ ਹੈਗਾ ਵਾਰ-ਵਾਰ ਉਹਦੇ ਵਿੱਚ ਇੱਕ ਬੈਂਤ ਝੋਕ ਦੇ ਵਿੱਚ ਲਿਖੀ ਹੈ ਵਾਰ-ਵਾਰ ਉਹਦੇ ਵਿੱਚ ਗੱਲ ਆਉਂਦੀ ਹੈ ਕਿ ਅਰਜ਼ੀਆਂ ਪਰਚੀਆਂ ਅਸੀਂ ਅੰਗਰੇਜ਼ਾਂ ਨੂੰ ਬਹੁਤ ਪਾਈਆਂ
पर साडी अर्जी पर्ची का कोई जवाब नहीं आता। अर्जियां पर्चियां बहुत पाइयां पर वह किसी अर्जी पर्ची का जवाब नहीं आता। सानू लॉर्ड साहब ने, गवर्नर ने बहुत सारे लारे लाए सी पर साडे पूरे कोई नहीं कीते। उस कविता तो बाद उस समय तो 1907 की गल, उस तो बाद की कि बहुत सारे जिहड़े पंजाबी आ उन्होंने कहा कि चलो कमाई करने लई बाहर चलीए। तो बाहर जाण दा जिहड़ा रुझान साडा पिया वो अज तक जारी है, किसी न किसी रूप दे अज तक जारी है कि लोग कहते कनेडा निकल जाओ, अमरीका निकल जाओ, इंग्लैंड निकल जाओ, आस्ट्रेलिया निकल जाओ। तो बंदे बाहर जाते हैं। जदों बाहर जाते आ तो बाहर उन्हां नाल की हुंदी है कि बहुत सारे थावां ते उन्हां नूं कह सकते हैं कि जलालत का सामना करना पैंदा। बहुत सारिया अंग्रेज़ों दी क्लबां हैं जिन्हां दे उत्ते ये लिख के लाया होया सी कि इंडियन एंड डॉग्स आर नॉट अलाउड, कुत्ते ते भारतीय इत्थे अंदर नहीं आ सकते। उन्होंने लग्या कि क्यों लिख के लाया, उन्होंने लग्या कि इस करके लिख के लाया कि असीं गुलाम ते इस गुलामी तो सानूं छुटकारा पाउणा चाहीदा। बाकी सारे देशों के विचों तां लोग चुप करके जहाज चढ़ते ते जाके कनेडा उतर जाते, पर जदों पंजाब दे विचों किसी ने जाना तो वो कहते नहीं असीं तुहानूं आउण नहीं दिंदे, सीधे नहीं तुसीं आ सकते। कामा गाटा मारू जहाज जिहड़ा साका वापरिया वो इस प्रसंग दे विच ही वापरिया। बंदे कहंदे कि उस जहाज नूं असीं आउण देवांगे जिहड़ा सीधा जहाज आऊगा। कुछ बंदियां ने जाण की कोशिश की कि एक जहाज किराए ते लिया, वो इंडिया की धरती तो तोरिया जिहड़ा सीधा जाके कनेडा जाऊगा, पर उन्होंने फिर भी उन्होंने भी अलाउ नहीं किया, उन्होंने भी उतरन नहीं दिता। सिट्टे वजों इन्हां सारियां घटनावां ने बाहर वसदे पंजाबियां दे मना अंदर एक देश की आज़ादी दे लई मां की चिणग जगा दी, जिहदे विचों गदर पार्टी हुंदी है, पैदा हुंदी है, गदर पार्टी पैदा हुंदी। तो उस गदर पार्टी की जिहड़ी कविता हैगी है वो इन्नी जबरदस्त कविता है कि उस अखबार का नाम जिहड़ा गदर की गूंज है, अखबार का नाम ही जिहड़ा कढ़दा गदर की गूंज है, ਉਹਦੇ ਉੱਤੇ ਮੁੱਖ तौर पर लिखे की है कि भाई काम की गदर मचाउणा, तनख्वाह की मौत, इनाम की आज़ादी। इनाम की मिलना आज़ादी। वो बंदियां ने तुसीं ये वेखो किड्डी वड्डी गल हैगी है कि पंजाब दा जे कोई पहला बंदा हवाई जहाज चलाउणा सिੱਖਿਆ तो करतार सिंह सराभा सी। 19 साल की उम्र दे विच अमेरिका दे विच जाके बंदे दे विच बहुत पोटेंशियल सी। अज असीं बहुत सारे बंदियां दे मान करते हैं कि अमरीका जाके उन्होंने बहुत अच्छे फार्म हाउस बना ले, कोई सौगी दा बादशाह बन गया, कोई स्टील किंग बन गया, कोई कुछ बन गया। पर उन्हां बंदियां ने बाहर जाके, मैं कि इहदे विच कविता हैगी आ विसाखा सिंह दी कविता है, स्टॉकटन गुरुद्वारा बनाउण दा हाल। विसाखा सिंह होरां दा उत्थे एक फार्म सीगा ते फार्म दे विच ओह उत्थे रहिंदे सीगे। तो उन्हां दे मन दे विच जिहड़ी तमन्ना सी कि असीं देश जाके याद करां। उन्हां गदरियां ने देश याद करना। एक कविता हैगी आ हरनाम सिंह दी, ते हरनाम सिंह दे नाम नाल आ टुंडी लाट। हरनाम सिंह टुंडी लाट। टुंडी लाट क्यों उहनूं कहिंदे सीगे कि फार्म हाउस दे विच तजर्बा कर रहा सीगा बंब बनाउण दा कि अंग्रेज़ां नूं मारन लई, अंग्रेज़ां नूं कड्ढण लई बंबां दी जरूरत पऊगी। तो बंब बनाउंदिआं बंब हत्थ 'च फड़ गया ते एक बांह उड्ड गई, बांह उड्ड गई ते टुंडा हो गया। तो ਜਿਹੜਾ भी टुंडा हो जाए ਉਹਨੂੰ पंजाब ਦੇ ਵਿੱਚ टुंडी लाट इस करके ਕਹਿੰਦੇ ਸੀਗੇ कि ਜਿਹੜਾ महाराजा रणजीत सिंह ਸਮੇਂ ਜਿਹੜਾ ਲੜਦਾ ਸੀਗਾ, ਜਿਹਨਾਂ ਸੀ ਉਹਦਾ ਲਾਰਡ ਹਾਰਡਿੰਗ ਹੈ ਜਿਹੜਾ, ਉਹਦਾ ਜਿਹੜਾ ਹੱਥ ਉੱਡਿਆ ਹੋਇਆ ਸੀਗਾ। ਤੇ ਜਿਹੜਾ ਵੀ ਟੁੰਡਾ ਹੋਵੇ ਉਹ ਟੁੰਡੀ ਲਾਟ ਹੋ ਜਾਂਦਾ, ਜਿਵੇਂ ਜਿਹੜਾ ਵੀ ਜਿਉਣਾ ਸਿੰਘ ਹੋਵੇ ਮੌੜ ਤੇ ਆਪਣੇ ਆਪ ਹੀ ਹੋ ਜਾਂਦਾ। ਤਾਂ ਉਸ ਆਧਾਰ ਤੇ ਉਹ ਹਰਨਾਮ ਸਿੰਘ ਟੁੰਡੀ ਲਾਟ। ਹੁਣ ਉਹਦੀਆਂ ਕਵਿਤਾਵਾਂ ਨੇ, ਹੁਣ ਉਹਨਾਂ ਦੇ ਮਨ ਅੰਦਰ ਜਜ਼ਬਾ ਕਿਹੋ ਜਿਹਾ ਸੀ, ਉਹ ਜਜ਼ਬਾ ਵੇਖਣ ਵਾਲਾ। ਉਹ ਜੇ ਗੁਰਦੁਆਰਾ ਵੀ ਬਣਾਉਂਦੇ ਸੀ ਤਾਂ ਕਾਹਦੇ ਲਈ ਗੁਰਦੁਆਰਾ ਬਣਾਉਂਦੇ ਸੀ? ਉਹ ਸਟਾਕਟਨ ਗੁਰਦੁਆਰਾ ਬਣਾਉਣ ਦਾ ਵਿਸਾਖਾ ਸਿੰਘ ਨੇ ਜ਼ਿਕਰ ਕੀਤਾ। ਸੰਤ ਵਿਸਾਖਾ ਸਿੰਘ ਦੱਦਾ ਵਾਲੇ ਉਹ ਕਹਿੰਦੇ ਵੀ ਗੱਲ ਇਹ ਹੈ ਕਿ ਆਪਾਂ ਨੂੰ ਨਾ ਗੱਲਬਾਤ ਕਰਨ ਲਈ ਕਿਤੇ ਆਪਸ ਵਿੱਚ ਵਿਚਾਰ ਵਟਾਂਦਰਾ ਕਰਨ ਲਈ ਕੋਈ ਥਾਂ ਚਾਹੀਦੀ ਹੈ। ਇਹ ਥਾਂ ਤਾਂ ਬਹੁਤ ਵਧੀਆ ਗੁਰਦੁਆਰਾ ਹੀ ਬਣ ਸਕਦਾ ਹੈ। ਤੇ ਇਹ ਗੁਰਦੁਆਰੇ ਆ ਜਿਹੜੇ ਉਹ ਨਿਰੋਲ ਧਾਰਮਿਕ ਸਥਾਨ ਨਹੀਂ ਸੀਗੇ, ਉਹ ਇੱਕ ਤਰ੍ਹਾਂ ਦੇ ਉੱਥੇ ਕਮਿਊਨਿਟੀ ਸੈਂਟਰ ਵੀ ਸੀਗੇ ਕਿ ਜਿੱਥੇ ਪੰਜਾਬੀ ਭਾਈਚਾਰਾ ਇਕੱਠਾ ਹੋਵੇ ਤੇ ਇਕੱਠਾ ਹੋ ਕੇ ਬਹਿ ਕੇ ਗੱਲਾਂ ਬਾਤਾਂ ਕਰੇ। ਉਹ ਪੂਰਾ ਗੁਰਦੁਆਰਾ ਬਣਾਉਣ ਦਾ ਹਾਲ ਆ ਕਿ ਕਿਵੇਂ ਅਸੀਂ ਲੋਕਾਂ ਨੂੰ ਚਿੱਠੀਆਂ ਪਾਈਆਂ। ਉਹ ਕਹਿੰਦੇ ਕਿ 22 ਹਿੰਦੂ ਆਏ ਤੇ ਮੋਮਨ ਵੀ ਆਏ ਨਾਲ ਵੀਰੋ। ਇੱਕ ਕਵਿਤਾ ਦੇ ਵਿੱਚ ਬੰਦ ਆ ਕਿ ਭਾਈ ਜਦੋਂ ਅਸੀਂ ਕਿਹਾ ਕਿ ਆਪਾਂ ਪੰਜਾਬੀਆਂ ਨੇ ਇੱਕ ਗੁਰਦੁਆਰਾ ਬਣਾਉਣਾ, ਹਿੰਦੂਆਂ ਨੂੰ ਵੀ ਚਿੱਠੀਆਂ ਪਾਈਆਂ, ਮੁਸਲਮਾਨਾਂ ਨੂੰ ਵੀ ਚਿੱਠੀਆਂ ਪਾਈਆਂ, ਹਿੰਦੂ ਵੀ ਆਏ, ਮੁਸਲਮਾਨ ਵੀ ਆਏ, ਉਹਨਾਂ ਨੇ ਪੈਸਾ ਵੀ ਦਿੱਤਾ ਤੇ ਉਹ ਉਹਨਾਂ ਦਾ ਸਾਂਝਾ ਮੀਟਿੰਗ ਪਲੇਸ ਸੀਗਾ। ਜਦੋਂ
पंजाब दे विच अंग्रेज साम्राज्यां दी शह दे विच मैं कि मुसलमान हिंदू ते सिख आर्य समाजी लहर ते मुस्लिम लीग ते अपने सिंह सभा लहर दे नाल जुड़ के आपस में लड़ रहे सीगे। उस समय विदेश की धरती ते बैठे मैं कि ये तिन्ने भाई आपस दे देश नूं आजाद कराउण दीआं स्कीमां बना रहे सी। इस पक्षों गदर लहर की कविता बहुत वड्डी है जिस नूं असीं नहीं पछाणिया। पंजाबी साहित्य इतिहास में होर गल कीती जांदी कि पंजाबी विच प्रगतिवाद का आरंभ पंजाबी विच प्रगतिवाद का आरंभ 1936 विच मुंशी प्रेमचंद की प्रधानगी हेठ लखनऊ दे विच एक सम्मेलन होया। उत्थों बंदे आए, साहिर लुधियानवी वर्गे उत्थे जाके आए, उहदे विच मुल्खराज नंद वर्गे बंदे जाके आए, इत्थे आके प्रगतिवादी लहर चल पई। सिलेबस दे विच असीं यही पढ़िया, यही अगे पढ़ाउणे आ। ये गल भी सही होऊगी, पर प्रगतिवादी जिहड़ी लहर हैगी आ वो पंजाब दे विच तां बहुत पहिलां चल पई सी, 1936 च नहीं चली। प्रगतिवादी लहर के लक्षण की? साम्राजवाद का विरोध, भाव अंग्रेजों का विरोध। अंग्रेजों का विरोध कौन करते सी? गदरी करते सी। अंग्रेजों का विरोध कौन करते सी? भगत सिंह होरी करते सी। अंग्रेजों का विरोध कौन करते सी? बब्बर अकाली करते सी। ਇਹਦਾ मतलब साम्राज का विरोध तो पहले ही शुरू हो गया सी। दूजी गल किहदे हक की गल करनी है? मजदूर दे किसान दे हक की गल करनी है। तो मजदूर दे किसान दे हक की गल कौन करती सी? पगड़ी संभाल जट्टा लहर कर रही सी। ਇਹਦਾ मतलब है कि पंजाब विच तां प्रगतिवादी लहर पहला ही चल रही सी। 36 की उन्हें अड़ीक नहीं सी करनी, वो तो पहले ही चल रही सी। तो उस लहर दे विच जिहड़े दबे हुए कवि ने उन्हां कवियां नूं बाहर उजागर करन दी कोशिश की कि वो किहड़े-किहड़े कवि ने जिहड़े बब्बर अकाली लहर दे, अकाली लहर। एक होर गल कि बहुत बारी ना जदों असीं शब्द वरतदे हां अकाली जां कांग्रेसी जां कम्युनिस्ट, तां एक मेरी बेनती है कि वो अज वाले अकाली, अज वाले कम्युनिस्ट, अज वाले कांग्रेसी ना उन्होंने समझ आए। वो जे अकाली लहर की गल करते हैं तो जदों अंग्रेज़ां दा देश ते कब्जा है ते ਜਿਹੜੇ ਗੁਰਦੁਆਰੇ ਆ ਉਹ ਮਹੰਤਾਂ ਨੇ ਇੱਕ ਤਰ੍ਹਾਂ ਨਾਲ ਭ੍ਰਿਸ਼ਟਾਚਾਰ ਦੇ ਅੱਡੇ ਬਣਾ ਲਏ ਤੇ ਅੰਗਰੇਜ਼ ਸਾਮਰਾਜ ਦੀ ਸੇਵਾ ਕਰ ਰਹੇ ਆ। ਤੇ ਜਦੋਂ ਉਹਨਾਂ ਮਹੰਤਾਂ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਲਈ ਲਹਿਰ ਚੱਲੀ ਤਾਂ ਉਹ ਸੀ ਅਕਾਲੀ ਲਹਿਰ। ਤਾਂ ਉਸ ਅਕਾਲੀ ਲਹਿਰ ਦੇ ਵਿੱਚ ਕੀ ਹੋਇਆ ਕਿ ਇੱਕ ਵਾਰ ਕੀ ਹੈ ਕਿ ਇੱਕ ਗੁਰਦੁਆਰਾ ਹੈ, ਉਸ ਗੁਰਦੁਆਰੇ ਦਾ ਬਾਗ ਆ, उस बाग दे विच सुक्कियां लकड़ां, उदों गैसां तां हुंदियां नहीं सी, लंगर बनाउण लई सुक्कियां लकड़ां कट्टण गए, पर जिहड़ा गुरुद्वारे दे उत्ते काबज मसंद आ उहने लकड़ां कट्टण नहीं दित्तियां, उत्थों मार के वो भजाते। ਉਹਦੇ खिलाफ कब्जा लैण लई मोर्चा लग्या तो उस मोर्चे का जिहड़ा हैगा वो कविता जिहड़ी आ वो इहदे विच दर्ज हैगी आ कि गुरु साडा, गुरु दा बाग साडा। तुसी कौन, तुसी की लगदे हैं साडे? ये गुरु भी साडा, गुरु दा बाग भी साडा। ते तुसी गुरुद्वारे दे भी की लगदे हैं? भाव मसंद कौन लगदे ने, अंग्रेज कौन लगदे ने? ਤਾਂ ਇਹ ਜਿਹੜੀ ਕਵਿਤਾ ਹੈਗੀ ਆ ਇਹਨੂੰ ਉਸ ਪ੍ਰਸੰਗ ਦੇ ਵਿੱਚ ਅਸੀਂ ਸਮਝਣਾ ਹੈ ਕਿ ਸਾਡੇ ਬਜ਼ੁਰਗਾਂ ਨੇ, ਸਾਡੇ ਵੱਡਿਆਂ ਵਡੇਰਿਆਂ ਨੇ, ਸਾਡੇ ਉਹਨਾਂ ਕਵੀਆਂ ਨੇ ਕਿਸ ਕਿਸਮ ਦੀ ਕਵਿਤਾ ਲਿਖੀ ਸੀਗੀ ਜਿਹੜੀ ਸਾਨੂੰ ਅੱਜ ਵੀ ਹਲੂਣਾ ਦਿੰਦੀ ਹੈ ਜਾਂ ਅੱਜ ਵੀ ਸਾਨੂੰ ਉਹਦੇ ਉੱਤੇ ਮਾਣ ਕਰਨਾ ਚਾਹੀਦਾ। ਤੇ ਇੱਕ ਪੂਰੀ ਦੀ ਪੂਰੀ ਧਾਰਾ ਹੈ ਜਿਹੜੀ ਅੰਗਰੇਜ਼ ਸਾਮਰਾਜ ਦੇ ਖਿਲਾਫ ਲੜੀ। ਉਹਨਾਂ ਨੇ ਜਿਹੜੀ ਕੋਸ਼ਿਸ਼ ਕਰੀ ਕਿ हर मिट्टी की अपनी खसलत, हर मिट्टी कुटिया नहीं भुरदी है। हर व्यक्ति के काल का हुंदा। वेखो कुछ बंदे अंग्रेज़ों नूं कड्ढण लई अर्जियां पर्चियां लिखी जाते सी कि भाई ना आओ ना करो, साडे ते जुल्म ना करो, है वो होर जुल्म करी जाते सी, गोलमेज कानफ्रेंसां करते सी। पर कुछ बंदियां नूं इह सीगा कि इह एवें सूत आउण वाले नहीं उन्हां दा जिहड़ा सीगा वो अपना पॉइंट सीगा। ते मैं ये कह रहा कि उन्हां लोकां नूं हुंदा की है कि समय दे नाल दबाया जाए। ਜਦੋਂ ਉਹ ਦਬਾਏ ਗਏ ਤਾਂ ਉਹਨਾਂ ਨੇ ਇਤਿਹਾਸ ਦੇ ਵਿੱਚ ਆਪਣੀ ਸਥਾਨ ਲੈਣਾ ਸੀ। ਚਾਹੀਦਾ ਸੀ ਕਿ ਜਦੋਂ ਦੇਸ਼ ਆਜ਼ਾਦ ਹੋ ਗਿਆ ਉਹਨਾਂ ਨੂੰ ਇਤਿਹਾਸ ਦੇ ਵਿੱਚ ਸਥਾਨ ਦਿੱਤਾ ਜਾਂਦਾ, ਪਰ ਉਹ ਨਹੀਂ ਦਿੱਤਾ ਗਿਆ ਸਥਾਨ। ਜਦੋਂ ਇਹ ਕਵਿਤਾਵਾਂ ਪੜ੍ਹੀਆਂ, ਜਦੋਂ ਮੈਂ ਸਬਾਲਟਰਨ ਦਾ ਸਿਧਾਂਤ ਪੜ੍ਹਿਆ, ਮੈਨੂੰ ਲੱਗਿਆ ਕਿ ਇਹ ਸਿਧਾਂਤ ਪੜ੍ਹਨ ਦੀ ਕੋਈ ਲੋੜ ਨਹੀਂ ਸਾਨੂੰ, ਜਾਂ ਕਹਿ ਲਓ ਕਿ ਸਿਧਾਂਤ ਨੂੰ ਜੇ ਅਸੀਂ ਅਮਲ ਵਿੱਚ ਲਾਗੂ ਨਹੀਂ ਕਰਨਾ ਤਾਂ ਸਾਨੂੰ ਆਪਦਾ ਸਾਹਿਤ ਦਾ ਇਤਿਹਾਸ ਦੁਬਾਰਾ ਲਿਖਣਾ ਚਾਹੀਦਾ।
ਦੁਬਾਰਾ ਫਰੋਲਣਾ ਚਾਹੀਦਾ। ਤਾਂ ਉਸ ਫਰੋਲਣ ਦੇ ਵਿੱਚੋਂ ਇਹ ਕੁਝ ਵਰਕੇ ਨਿਕਲੇ ਜਿਹੜੇ ਹਾਸ਼ੀਏ ਦਾ ਹਾਸਲ ਨੇ, ਕੁਝ ਕਵਿਤਾਵਾਂ ਉਹ ਕੱਢ ਕੇ ਲਿਆਂਦੀਆਂ। ਇੱਕ ਪੱਖ ਹੋਰ ਸੀਗਾ ਕਿ ਜਦੋਂ ਪੁਰਾਣੇ ਸਾਡੇ ਬੰਦੇ ਸੀਗੇ ਉਹ ਜਿਹੜੀ ਕਵਿਤਾ ਪੜ੍ਹਦੇ ਸੁਣਦੇ ਸੀਗੇ, ਉਹ ਇੱਕ ਗੁਰੂ ਸਾਹਿਬ ਨੇ ਗੁਰਬਾਣੀ ਲਿਖਤੀ, ਕੀਰਤਨੀਆਂ ਨੇ ਕੀਰਤਨ ਕਰਤਾ, ਲੋਕਾਂ ਤੱਕ ਪੁੱਜ ਗਈ। ਸੂਫੀਆਂ ਨੇ ਆਪਣੀਆਂ ਕਾਫੀਆਂ ਲਿਖਤੀਆਂ, ਜਿਹੜੇ ਕਵਾਲ ਨੇ ਉਹਨਾਂ ਨੇ ਉਹ ਸੂਫੀਆਂ ਦੀਆਂ ਕਾਫੀਆਂ ਗਾਤੀਆਂ। ਜਿਹੜੇ ਸਾਡੇ ਕਿੱਸਾਕਾਰ ਸੀ ਉਹਨਾਂ ਨੇ ਕਿੱਸੇ ਲਿਖਤੇ, ਉਹ ਆਪ ਜਾਂ ਪਿੰਡ ਦੇ ਵਿੱਚ ਜਿਹੜਾ ਚੰਗੀ ਆਵਾਜ਼ ਵਾਲਾ ਮੁੰਡਾ ਸੀ ਉਹਨੇ ਗਾਉਣੇ ਸ਼ੁਰੂ ਕਰਤੇ, ਬਾਕੀ ਉਹਨੂੰ ਸੁਣ ਲਏ। ਸਾਡੀ ਜਿਹੜੀ ਕਵਿਤਾ ਹੈ ਉਹ ਗਾਉਣ ਨਾਲ ਜੁੜੀ ਹੋਈ ਹੈ, ਗਾਇਨ ਨਾਲ ਜੁੜੀ ਹੋਈ ਹੈ, ਸੰਗੀਤ ਨਾਲ ਜੁੜੀ ਹੈ। ਜਦੋਂ ਆਧੁਨਿਕ ਕਵਿਤਾ ਆ ਗਈ ਤਾਂ ਸਾਡੇ ਕੋਲ ਕਵਿਤਾ ਇਹੋ ਜਿਹੀ ਆ ਗਈ ਕਿ ਜਿਹੜੀ ਕਵਿਤਾ ਯਾਦ ਨਹੀਂ ਹੁੰਦੀ, ਜਿਹੜੀ ਕਵਿਤਾ ਖੁੱਲੀ ਕਵਿਤਾ ਹੈ, ਜਿਹੜੀ ਕਵਿਤਾ ਤੁਹਾਨੂੰ ਪੜ੍ਹਨੀ ਪੈਂਦੀ ਹੈ, ਜ਼ੋਰ ਲਾ ਕੇ ਪੜ੍ਹਨੀ ਪੈਂਦੀ ਹੈ, ਯਾਦ ਨਹੀਂ। ਤਾਂ ਇਸ ਕਵਿਤਾ ਨੂੰ ਤਾਂ ਅਸੀਂ ਕਵਿਤਾ ਮੰਨ ਲਿਆ, ਉਹ ਕਵਿਤਾ ਸਾਰੀ ਅਸੀਂ ਪਾਸੇ ਧੱਕਤੀ, ਪਾਸੇ ਸਿੱਟਤੀ ਜਿਹੜੀ ਪੁਰਾਣੇ ਬੰਦੇ ਕਵਿਤਾ ਲਿਖਦੇ। ਉਹਦੇ ਵਿੱਚੋਂ ਇੱਕ ਤੁਹਾਡੇ ਵੰਨਗੀ ਸ਼ਾਮਲ ਕੀਤੀ ਹੈ, ਚਾਹ ਤੇ ਲੱਸੀ ਦਾ ਝਗੜਾ। ਚਾਹ ਤੇ ਲੱਸੀ ਦਾ ਝਗੜਾ। ਹੁਣ ਜਿਹੜਾ ਚਾਹ ਤੇ ਲੱਸੀ ਦਾ ਝਗੜਾ ਹੈ, ਇਹ ਕਈ ਵਾਰ ਐਂ ਲੱਗਦਾ ਹੈ ਕਿ ਸ਼ਾਇਦ ਇਹ ਕੋਈ ਸਧਾਰਨ ਝਗੜਾ ਹੈ। ਇਹ ਸਧਾਰਨ ਝਗੜਾ ਹੈ, ਇਹ ਦੋ ਜੀਵਨ ਜਾਚਾਂ ਦਾ ਝਗੜਾ ਹੈ। ਇੱਕ ਪਾਸੇ ਵਿਦੇਸ਼ੀ ਪੱਛਮੀ ਮਸ਼ੀਨੀ ਸੱਭਿਆਚਾਰ, ਜਿਹਦੇ ਵਿੱਚ ਹੁਣ ਕਿਸੇ ਵੇਲੇ ਚਾਹ ਸੀ, ਹੁਣ ਪੀਜ਼ਾ, ਬਰਗਰ, ਨੂਡਲਸ, ਪਤਾ ਨਹੀਂ ਕੀ ਕੀ, ਤੇ ਦੂਜੇ ਪਾਸੇ ਲੱਡੂ, ਜਲੇਬੀਆਂ, ਸ਼ਕਰਪਾਰੇ, ਆਪਣੀ ਸਕੰਜਵੀ, ਲੱਸੀ, ਇਹ ਨੇ। ਇਹ ਦੋਹਾਂ ਸੱਭਿਆਚਾਰਾਂ ਦਾ ਟਕਰਾਓ ਆ। ਇਹ ਜਿਹੜਾ ਦੋਹਾਂ ਸੱਭਿਆਚਾਰਾਂ ਦਾ ਟਕਰਾਓ ਆ, ਉਹ ਇੱਕ ਝਗੜਾ ਕਾਵ ਆ ਸਾਡੇ ਕੋਲੇ। ਜਿਹੜਾ ਝਗੜਾ ਕਾਵ ਆ ਉਹ ਮੌਤ ਕੀ ਇਸ ਗੱਲ ਚ ਆਉਂਦਾ ਕਿ ਇੱਕ ਬੰਦਾ ਆਪਣਾ ਪੱਖ ਰੱਖਦਾ, ਦੂਸਰਾ ਬੰਦਾ ਆਪਣਾ ਪੱਖ ਰੱਖਦਾ। ਉਸ ਦੀ ਇੱਕ ਵੰਨਗੀ ਤੁਹਾਡੇ 'ਚ ਦਰਜ ਕੀਤੀ ਹੈ, ਜਿਹੜੀ ਬੂਟਾ ਸਿੰਘ ਦੀ ਲਿਖੀ ਹੋਈ ਹੈ ਕਿ ਝਗੜਾ ਚਾਹ ਤੇ ਲੱਸੀ ਦਾ। ਚਾਹ ਆਪਦਾ ਪੁਆਇੰਟ ਦਿੱਤੀ, ਚਾਹ ਲੱਸੀ ਆਪਦਾ ਪੁਆਇੰਟ। ਲੱਸੀ ਇੱਕ ਜਿਹੜੀ ਗੱਲ ਕਹਿੰਦੀ ਉਹ ਬਹੁਤ ਮਹੱਤਵਪੂਰਨ ਗਈ। ਲੱਸੀ ਕਹਿੰਦੀ ਕਿ ਤੂੰ ਯੂਰਪੀਨਾਂ ਨਾਲ ਇੱਥੇ ਆਣ ਕੇ ਲਾਏ ਡੇਰੇ, ਕਿ ਤੂੰ ਪਹਿਲਾਂ ਨਹੀਂ ਸੀ ਇੱਥੇ, ਤੂੰ ਤਾਂ ਯੂਰਪੀਨਾਂ ਨਾਲ ਆਈ ਆ। ਤੇ ਯੂਰਪੀਨਾਂ ਨਾਲ ਕਿਵੇਂ ਆਈ? ਪੁਰਾਣੇ ਬੰਦੇ ਦੱਸਦੇ ਆ ਜਾਂ ਪੁਰਾਣੇ ਬਜ਼ੁਰਗ ਦੱਸਦੇ ਆ ਕਿ ਯੂਰਪੀਨਾਂ ਨੇ ਕੀ ਕੀਤਾ ਕਿ ਜਿਹੜੀ ਚਾਹ ਹੈ ਉਹ ਪੀਂਦੇ ਸੀਗੇ ਖੁਦ ਵੀ, ਪਰ ਉਹਨਾਂ ਦਾ ਪੰਜਾਬ ਦੇ ਵਿੱਚ ਜਿਹੜਾ ਚਾਹ ਪ੍ਰਚਲਿਤ ਕਰਨ ਦਾ ਮੁੱਖ ਮੰਤਵ ਸੀਗਾ ਉਹ ਇਹ ਸੀਗਾ ਕਿ ਇਹਦੇ ਵਿੱਚੋਂ ਪੈਸਾ ਕਮਾਇਆ ਜਾਵੇ। ਤਾਂ ਲਿਪਟਨ ਤੇ ਬਰੁਕ ਬੌਂਡ ਦੋ ਮੁੱਖ ਬ੍ਰਾਂਡ ਸੀਗੇ। ਉਹ ਜਿਹੜੇ ਦੋ ਮੁੱਖ ਬ੍ਰਾਂਡ ਸੀਗੇ ਉਹ ਕਰਦੇ ਕੀ ਸੀ ਕਿ ਜਿੱਥੇ ਕਿਤੇ ਨਹਿਰਾਂ ਦੇ ਪੁਲ ਨੇ ਉਹਨਾਂ ਪੁਲਾਂ ਤੇ ਬਹਿ ਜਾਂਦੇ ਸੀ ਤੇ ਬਹਿ ਕੇ ਉੱਥੇ ਆਏ ਗਏ ਨੂੰ ਮੁਫਤ ਥੋੜੀ ਥੋੜੀ ਚਾਹ ਪਿਆਉਂਦੇ ਹੁੰਦੇ ਸੀ। ਇਸੇ ਤਰ੍ਹਾਂ ਹੀ ਜਿਹੜੇ ਫੌਜੀ ਸੀਗੇ ਉਹਨਾਂ ਨੂੰ ਉੱਥੇ ਚਾਹ ਪਿਆਉਂਦੇ ਸੀ। ਉਹ ਜਦੋਂ ਫੌਜੀ ਛੁੱਟੀ ਕੱਟਣ ਆਉਂਦੇ ਉਹ ਨਾਲ ਚਾਹ ਦੇ ਪੈਕਟ ਲੈ ਕੇ ਆਉਂਦੇ ਤੇ ਇੱਥੇ ਲੋਕਾਂ ਨੂੰ ਪਿਆਉਂਦੇ, ਤਾਂ ਲੋਕਾਂ ਨੂੰ ਲੱਗਣ ਲੱਗਿਆ ਵੀ ਇਹ ਵੀ ਕੋਈ ਚੀਜ਼ ਆ ਪੀਣ ਵਾਲੀ। ਹੌਲੀ ਹੌਲੀ ਸਾਡੀ ਜਿਹੜੀ ਜ਼ਬਾਨ, ਹੌਲੀ ਹੌਲੀ ਸਾਡਾ ਸਰੀਰ, ਹੌਲੀ ਹੌਲੀ ਸਾਡੀਆਂ ਟੇਸਟ ਬੱਡ ਉਹਦੇ ਅਨੁਸਾਰ ਗਿੱਝਦੀਆਂ ਗਈਆਂ। ਅੱਜ ਚਾਹ ਦੀ ਸਭ ਤੋਂ ਵੱਧ ਖਪਤ ਇੰਡੀਆ 'ਚ। ਕਿਸੇ ਵੇਲੇ ਪੰਜਾਬ ਦੇ ਵਿੱਚ ਕੀ ਸਾਰੇ ਇੰਡੀਆ 'ਚ ਕੋਈ ਚਾਹ ਨੂੰ ਜਾਣਦਾ ਨਹੀਂ ਸੀ। ਉਹ ਕਰੋੜਾਂ ਦਾ ਕਾਰੋਬਾਰ ਉਸਰਿਆ। ਇਹ ਤੇ ਕਮਰਸ ਵਾਲੇ ਜਾਣਨਗੇ ਸਰ ਵੀ ਕਿ ਕਿੰਨੇ ਦਾ ਕਰੋੜਾਂ ਦਾ ਕਾਰੋਬਾਰ ਹੋਇਆ, ਕਿੱਦਾਂ ਫੂਡ ਇੰਡਸਟਰੀ ਬਣਦੀ ਹੈ। ਤੇ ਹੁਣ ਵੀ ਤੁਸੀਂ ਵੇਖਿਆ ਹੋਣਾ, ਜਿਹੜੇ ਤੁਸੀਂ ਸਕੂਲਾਂ ਦੇ ਵਿੱਚ ਜਦੋਂ ਛੋਟੇ ਹੁੰਦੇ ਪੜ੍ਹਦੇ ਹੁੰਦੇ, ਕਦੇ ਕਦੇ ਮੈਗੀ ਵਾਲੇ ਆ ਜਾਂਦੇ ਆ ਕਿ ਮੁਫਤ ਮੈਗੀ ਦਿੰਦੇ ਆ। ਪਹਿਲਾਂ ਮੈਗੀ ਦਾ ਟੇਸਟ ਕਰਾਓ, ਤੁਹਾਡੀਆਂ ਟੇਸਟ ਬੱਡ ਗਜਾਓ ਇੱਕ ਦੋ ਵਾਰ, ਉਦੋਂ ਬਾਅਦ ਤੁਸੀਂ ਖੁਦ ਬਾਜ਼ਾਰ 'ਚ ਖਰੀਦੋ। ਇਹ ਜਿਹੜਾ ਚਾਹ ਤੇ ਲੱਸੀ ਦਾ ਝਗੜਾ ਹੈ, ਇਹ ਇਕੱਲਾ ਚਾਹ ਤੇ ਲੱਸੀ ਦਾ, ਇਕੱਲਾ ਖਾਣ ਪੀਣ ਦਾ ਝਗੜਾ ਨਹੀਂ ਹੈ। ਇਹ ਦੋ ਸੱਭਿਆਚਾਰਾਂ ਦਾ ਟਕਰਾਓ। ਤੇ ਇਕੱਲਾ ਸੱਭਿਆਚਾਰਾਂ ਦਾ ਟਕਰਾਓ ਇੰਨੇ ਨਾਲ ਹੀ ਨਹੀਂ ਖਤਮ ਹੋ ਜਾਂਦਾ ਕਿ ਇਕੱਲਾ ਇਹ ਖਾਣ ਪੀਣ 'ਚ ਟਕਰਾਓ, ਇਹ ਕੱਪੜੇ 'ਚ ਵੀ ਹੈ। ਤਾਂ ਇਹ ਜੀਵਨ ਜਾਚ ਦਾ ਝਗੜਾ ਹੈ। ਤੇ ਮੈਨੂੰ ਲੱਗਿਆ ਕਿ ਇਸ ਸਾਡਾ ਜਿਹੜਾ ਸਾਹਿਤ ਆ ਇਹਨੂੰ ਵੀ ਕਿਤੇ ਥਾਂ ਮਿਲਣੀ ਚਾਹੀਦੀ। ਇਸੇ ਤਰ੍ਹਾਂ ਸਾਡੇ ਕੋਲ ਇੱਕ ਵੱਖਰੀ ਵੰਨਗੀ ਹੈ ਜਿਹਨੂੰ ਕਦੇ ਕਿਸੇ ਨੇ ਥਾਂ ਹੀ ਨਹੀਂ ਦਿੱਤਾ ਸੀ। ਉਹ ਵੱਖਰੀ ਵੰਨਗੀ ਸੀਗੀ ਸਾਡੀ ਕਿ ਜੇ ਤੁਸੀਂ ਪਿੰਡਾਂ ਦੇ ਵਿੱਚੋਂ ਕਿਸੇ ਵੀ ਮੇਲੇ ਦੇ ਵਿੱਚ ਜਾਓ, ਜਿਹੜਾ ਧਾਰਮਿਕ ਮੇਲਾ ਜਿਹਨੂੰ ਜੋੜ ਮੇਲਾ ਕਹਿੰਦੇ, ਤਾਂ ਉੱਥੇ ਢੱਡ ਸਾਰੰਗੀ ਦੇ ਨਾਲ ਬੰਦੇ ਵਾਰਾਂ ਗਾ ਰਹੇ। ਉਹ ਵਾਰਾਂ ਇੰਨੇ ਬੰਦਿਆਂ ਨੇ ਵਾਰਾਂ ਲਿਖੀਆਂ, ਪਹਿਲਾਂ ਪੁਰਾਣੇ ਸਮੇਂ ਤੋਂ ਹੀ ਵਾਰਾਂ ਲਿਖੀਆਂ ਜਾਂਦੀਆਂ। ਵਾਰਾਂ ਕਦੋਂ ਤੋਂ ਲਿਖੀਆਂ ਜਾਂਦੀਆਂ? ਕਮ ਸੇ ਕਮ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਤੋਂ ਪਹਿਲਾਂ ਦੀਆਂ ਵਾਰਾਂ ਲਿਖੀਆਂ ਜਾਂਦੀਆਂ, ਜਿਨ੍ਹਾਂ ਦੀਆਂ ਧੁਨੀਆਂ ਤੇ ਗਾਉਣ ਦਾ ਆਦੇਸ਼ ਦਿੱਤਾ, ਚਾਹੇ ਉਹ ਲੱਲਾ ਬਹਿਲੀਮਾ, ਚਾਹੇ ਸਿਕੰਦਰ ਅਬਰੀਮ, ਚਾਹੇ ਕੋਈ ਹੋਰ। ਉਸ ਤੋਂ ਬਾਅਦ ਵੀ ਵਾਰਾਂ ਲਿਖੀਆਂ ਜਾਂਦੀਆਂ ਰਹੀਆਂ।
ਉਹ ਵਾਰਾਂ ਲਿਖਦੇ ਲਿਖਦੇ ਅੱਜ ਕੱਲ ਵੀ ਵਾਰਾਂ ਲਿਖੀਆਂ ਜਾਂਦੀਆਂ ਰਹੀਆਂ, ਚਾਹੇ ਸੋਹਣ ਸਿੰਘ ਸੀਤਲ ਵਰਗੇ ਸੀ, ਚਾਹੇ ਦਿਲਬਰ ਸੀਗੇ, ਹਰੀ ਸਿੰਘ ਦਿਲਬਰ ਵਰਗੇ ਬੰਦੇ, ਦਿਆ ਸਿੰਘ ਦਿਲਬਰ ਵਰਗੇ, ਅੱਜ ਕੱਲ ਵੀ ਉਹ ਵਾਰਾਂ ਲਿਖਦੇ ਸੀ। ਪਰ ਉਹਨਾਂ ਵਾਰਾਂ ਨੂੰ ਕਦੇ ਵੀ ਅਸੀਂ ਸਾਹਿਤ ਦੇ ਇਤਿਹਾਸ ਵਿੱਚ ਥਾਂ ਨਹੀਂ ਦਿੱਤੀ। ਤਾਂ ਉਹਦੇ ਵਿੱਚ ਇੱਕ ਸੋਹਣ ਸਿੰਘ ਸੀਤਲ ਦੇ ਇੱਕ ਢਾਡੀ ਪ੍ਰਸੰਗ ਕਹਿੰਦੇ, ਪ੍ਰਸੰਗ ਕੀ ਕਹਿੰਦੇ ਆ ਕਿ ਇਹ ਇੱਕ ਵੱਖਰੀ ਵਿਧਾ ਹੈ ਕਿ ਕਾਫੀ ਗੱਲਾਂ ਜਿਹੜੀਆਂ ਉਹ ਜਿਹੜਾ ਢਾਡੀ ਆ ਜਾਂ ਵਾਰਕਾਰ ਆ, ਜਿਹੜਾ ਮੁੱਖ ਬੁਲਾਰਾ ਹੈ, ਉਹ ਬੋਲਦਾ ਹੈ, ਭਾਸ਼ਣ ਕਰਦਾ ਹੈ, ਮਗਰ ਉਹ ਕਹਿੰਦਾ ਕਿ ਇਹ ਪ੍ਰਸੰਗ ਸੁਣਾ, ਤੇ ਫਿਰ ਸੁਣਾਉਣ ਵਾਲੇ ਅੱਗੇ ਆ ਕੇ ਸੁਣਾਉਂਦੇ। ਉਹ ਪ੍ਰਸੰਗ ਜਿਹੜਾ ਇਹਦੇ ਵਿੱਚ ਸ਼ਾਮਲ ਕੀਤਾ ਸੋਹਣ ਸਿੰਘ ਸੀਤਲ ਦਾ, ਉਹ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜਿਆ, ਭਾਈ ਡੱਲੇ ਨਾਲ ਜੁੜਿਆ। ਉਹ ਮੇਰਾ ਖਿਆਲ ਹੈ ਕਿ ਜਿਨ੍ਹਾਂ ਨੇ ਤੁਸੀਂ ਕਿਤਾਬ ਪੜ੍ਹੀ ਹੈ, ਕੁਛ ਨੇ ਪੜ੍ਹੀ ਹੈ, ਚਲੋ ਉਹ ਤੁਸੀਂ ਉਹਦੇ ਵਿੱਚੋਂ ਡੱਲੇ ਵਾਲਾ ਪ੍ਰਸੰਗ ਉਹਦੇ ਵਿੱਚੋਂ ਤੁਸੀਂ ਸਮਝਿਆ ਜੀ, ਪੜ੍ਹਿਆ ਜੀ। ਤਾਂ ਉਹਦੇ ਵਿੱਚ ਕੀ ਹੈਗਾ ਕਿ ਸਾਹਿਬਜ਼ਾਦੇ ਦੀ ਸ਼ਹੀਦੀ ਬਾਰੇ ਪ੍ਰਸੰਗ ਵੀ ਹੈ, ਫੜ ਮਾਰ ਬੰਦਿਆਂ ਬਾਰੇ ਵੀ ਪ੍ਰਸੰਗ ਹੈ। ਫੜ ਮਾਰ ਬੰਦੇ ਕਿਹੋ ਜਿਹੇ ਹੁੰਦੇ, ਉਹਦੇ ਵਿੱਚ ਬਹੁਤ ਸੋਹਣਾ ਪ੍ਰਸੰਗ ਹੈਗਾ ਕਿ ਭਾਈ ਜਿਹੜਾ ਡੱਲਾ ਉਹ ਇਲਾਕੇ ਦਾ ਚੌਧਰੀ ਸੀ, ਸਰਦਾਰ ਸੀ, ਕਿ ਸਾਡੇ ਇਲਾਕੇ ਦਾ, ਸਾਡਾ ਤਾਂ ਗੋਤੀ ਭਾਈ ਸੀ, ਇਸ ਕਰਕੇ ਅਸੀਂ ਤੁਹਾਨੂੰ ਚੰਗਾ ਕਹਾਂਗੇ। ਮਾਲਵੇ ਦਾ ਬੰਦਾ ਸੀ ਤੇ ਗੁਰੂ ਸਾਹਿਬ ਨੂੰ ਕਹਿੰਦਾ ਆਂਦਾ ਬਈ ਜਦੋਂ ਫਿਰ ਤੁਹਾਡੇ ਤੇ ਭੀੜ ਪਈ ਉੱਥੇ, ਜਦੋਂ ਸਾਹਿਬਜ਼ਾਦੇ ਸ਼ਹੀਦ ਹੋਏ ਚਮਕੌਰ ਦੀ ਲੜਾਈ ਵੇਲੇ, ਉਦੋਂ ਮੈਂ ਹੈ ਨਹੀਂ ਸੀ, ਜੇ ਮੈਂ ਹੁੰਦਾ ਨਾ ਫਿਰ ਕੁਛ ਕਰਦੇ ਆਪਾਂ ਤੁਹਾਡਾ ਬਚਾਓ। ਉਹ ਕਹਿੰਦੇ ਭਾਈ ਕੋਈ ਗੱਲ ਨਹੀਂ, ਚਲੋ ਰੱਬ ਦਾ ਭਾਣਾ ਸੀ ਜਾਂ ਹੋ ਬੀਤੀ ਗਈ, ਕੋਈ ਨਹੀਂ, ਹੁਣ ਆਪਾਂ ਅੱਗੇ ਵੇਖਾਂਗੇ। ਨਹੀਂ ਫੇਰ ਵੀ ਆਂਦੇ ਦੁੱਖ ਤਾਂ ਹੋਇਆ ਹੀ ਨਾ, ਵੀ ਸਾਹਿਬਜ਼ਾਦੇ ਵੀ ਸ਼ਹੀਦ ਹੋ ਗਏ, ਪਰਿਵਾਰ ਵੀ ਸਾਰਾ ਵਿਛੜ ਗਿਆ, ਜੇ ਅਸੀਂ ਹੁੰਦੇ ਨਾ ਉੱਥੇ। ਉਹ ਕਹਿੰਦੇ ਚਲ ਕੋਈ ਨਹੀਂ, ਕਿਸੇ ਦਿਨ ਦੇਖਾਂਗੇ, ਤੁਹਾਡੀ ਗੱਲਬਾਤ ਵੀ ਦੇਖਾਂਗੇ, ਕੋਈ ਗੱਲ ਨਹੀਂ। ਇੱਕ ਦਿਨ ਕੋਈ ਬੰਦਾ ਆ ਗਿਆ ਤੇ ਉਹ ਬੰਦੂਕ ਲੈ ਕੇ ਆ ਗਿਆ, ਕਹਿੰਦਾ ਜੀ ਆ ਮੈਂ ਬੰਦੂਕ ਬਣਾਈ ਆ, ਬਹੁਤ ਸੋਹਣੀ ਆ, ਤੁਹਾਡੇ ਕਿਤੇ ਕੰਮ ਆਊਗੀ, ਲਓ ਇਹਨੂੰ ਤੁਸੀਂ ਰੱਖ ਲਓ। ਗੁਰੂ ਸਾਹਿਬ ਨੂੰ ਭੇਟ ਕਰਤੀ। ਗੁਰੂ ਸਾਹਿਬ ਨੂੰ ਅਕਸਰ ਲੋਕ ਭੇਟ ਕਰਦੇ ਸੀ, ਜਾਂ ਕੋਈ ਘੋੜਾ, ਕੋਈ ਬੰਦੂਕ, ਕੋਈ ਹੋਰ ਹੈ, ਕਿਉਂਕਿ ਲੜਾਈ ਦੇ ਲਈ ਲੋੜ ਹੁੰਦੀ ਹੈ ਇਹਨਾਂ ਚੀਜ਼ਾਂ ਦੀ। ਉਹ ਜਦੋਂ ਕੀਤੀ ਭੇਟ ਤੇ ਉਹ ਕਹਿੰਦੇ ਵੀ ਇਹਨੂੰ ਪਰਖ ਲਈਏ। ਉਹ ਕਹਿੰਦਾ ਜੀ ਇਹਦਾ ਬਹੁਤ ਵਧੀਆ, ਇੱਕ ਨਹੀਂ ਦੋ ਬੰਦੇ ਪਾਰ ਕਰ ਜਾਂਦੀ। ਉਹ ਕਹਿੰਦਾ ਚੱਲ ਕੋਈ ਨਹੀਂ ਆਪਾਂ ਪਰਖ ਲੈਂਦੇ। ਉਹ ਕਹਿੰਦਾ ਵੀ ਜੀ ਆਪਾਂ ਨਾ ਬੰਦਾ ਪਰਖਣਾ ਵੀ ਬੰਦੂਕ ਮਾਰਦੀ ਹੈ ਕਿ ਨਹੀਂ। ਡੱਲਿਆ ਭਾਈ ਕੋਈ ਉਹਦਾ ਬੰਦਾ ਲੈ, ਕਹਿੰਦਾ ਜੀ ਬੰਦਾ ਹੁਣੇ ਲੈ ਆਉਣਾ। ਚਲਿਆ ਗਿਆ ਆਪਦੇ ਸਿਪਾਹੀਆਂ ਨੂੰ ਜਾ ਕੇ ਕਹਿੰਦਾ ਵੀ ਗੁਰੂ ਨੇ ਨਾ ਬੰਦੂਕ ਪਰਖਣੀ ਆ ਤੇ ਕੋਈ। ਉਹ ਕਹਿੰਦੇ ਗੁਰੂ ਤਾਂ ਕੌੜਾ ਹੋ ਗਿਆ, ਆਏ ਇਹੋ ਜਿਹੀ ਗੱਲ ਥੋੜੋ ਹੈ, ਕੋਈ ਜਾਨਵਰ ਜੂਨਵਰ ਮਾਰ ਲੇ, ਬੰਦਾ ਜ਼ਰੂਰੀ ਮਾਰਨਾ। ਉਹ ਚਲੇ ਗਿਆ ਵਾਪਸ। ਉਹ ਕਹਿੰਦਾ ਜੀ ਵੀ ਆਏ ਆ ਬਈ ਜਾਨਵਰ ਜੂਨਵਰ ਮਾਰ ਲੋ। ਉਹ ਕਹਿੰਦਾ ਨਹੀਂ ਆਪਾਂ ਬੰਦਾ, ਵੇਖੋ ਜਦੋਂ ਬੰਦਾ ਮਾਰਨਾ ਹੈ ਫਿਰ ਬੰਦਾ ਮਾਰ ਕੇ ਪਰਖਿਆ ਜਾਊਗਾ। ਉਹ ਫੇਰ ਚਲਿਆ ਗਿਆ, ਕਹਿੰਦਾ ਯਾਰ ਵੀ ਆਏ ਆ, ਮੇਰੀ ਇੱਜ਼ਤ ਦਾ ਸਵਾਲ ਆ। ਉਹ ਕਹਿੰਦੇ ਵੀ ਚੌਧਰੀਆ ਹੋਰ ਗੱਲਾਂ ਦੀਆਂ ਗੱਲਾਂ, ਹੁਣ ਮਰਨ ਮੁਰਨ ਨੂੰ ਤਾਂ ਜੀ ਨਹੀਂ ਕਰਦਾ। ਤੇ ਉਹ ਫੇਰ ਵਾਪਸ ਚਲਿਆ ਗਿਆ। ਕਹਿੰਦਾ ਜੀ ਵੀ ਉਹ ਤਾਂ ਨਾ ਉਹਨਾਂ ਦਾ ਇਮਾਨ ਜਿਹਾ ਡੋਲ ਗਿਆ, ਦਿਲ ਜਿਹਾ ਡੋਲ ਗਿਆ, ਤੇ ਤੁਸੀਂ ਜਾਨਵਰ ਪਰਖ ਲਓ। ਆਂਦੇ ਡੱਲਿਆ ਤੇਰਾ ਸਿਦਕ ਤਾਂ ਕਾਇਮ ਹੈ ਨਾ, ਤੂੰ ਤਾਂ ਕਾਇਮ ਹੈ ਨਾ। ਆਂਦਾ ਨਹੀਂ ਜੀ ਮੇਰਾ ਵੀ ਚਿੱਤ ਜਗਾ ਹੋਣ ਕਰਦਾ। ਉਹ ਕਹਿੰਦਾ ਚੱਲ ਠੀਕ ਆ, ਜੇ ਤੇਰਾ ਵੀ ਜਿੱਤ ਇਉਂ ਕਰਦਾ। ਤੇ ਉਹਨੇ ਆਪਦੇ ਸਿੰਘਾਂ ਨੂੰ ਕਿਹਾ ਜਾਂਦਾ ਕਿ ਵੀ ਜਿਵੇਂ ਉਹ ਲਿਖਦਾ ਉਹਦੇ ਵਿੱਚ ਸੋਹਣ ਸਿੰਘ ਸੀਤਲ, ਕਿ ਉਹਨੇ ਆਪਦੇ ਸਿੰਘਾਂ ਨੂੰ ਕਿਹਾ ਕਿ ਆ ਜਾਓ ਭਾਈ। ਤੇ ਉਹ ਕਹਿੰਦੇ ਵੀ ਦੋ ਬੰਦੇ ਆ ਗਏ, ਦੋਵੇਂ ਬੰਦੇ ਆ ਗਏ ਤੇ ਲੜਦੇ ਲੜਦੇ ਆ ਗਏ। ਉਹ ਕਹਿੰਦਾ ਜੀ ਵੀ ਮੈਂ ਪਹਿਲਾਂ ਆਵਾਜ਼ ਸੁਣੀ ਆ, ਮੈਂ ਪਹਿਲਾਂ ਆਉਣਾ। ਉਹ ਕਹਿੰਦਾ ਮੈਂ ਪਹਿਲਾਂ ਆਵਾਜ਼ ਸੁਣੀ ਆ, ਮੈਂ ਆਉਣਾ। ਉਹ ਖੈਰ ਢਾਡੀਕਾਰ ਨੇ ਜਿਵੇਂ ਉਹ ਗੱਲ ਬਣਾਈ ਹੈ, ਉਹ ਤਾਂ ਚਲੋ ਤੁਸੀਂ ਉੱਥੇ ਵਿੱਚੋਂ ਪ੍ਰਸੰਗ ਪੜਿਆ ਜੋ। ਉਸ ਪ੍ਰਸੰਗ ਦੱਸਣ ਦਾ ਇਹ ਭਾਵ ਕਿ ਜਿਹੜੇ ਢਾਡੀਕਾਰ ਨੇ ਨਾ ਉਹ ਜੀਵਨ ਨਾਲ ਜੁੜੇ ਹੋਈਆਂ ਗੱਲਾਂ ਕਰਦੇ ਸੀ, ਕਿ ਕਿਵੇਂ ਬੰਦੇ ਲੜਾਈ ਲਈ ਦਾਅਵੇ ਵੀ ਕਰਦੇ ਆ, ਲੜਾਈ ਲਈ ਡਰ ਵੀ ਜਾਂਦੇ। ਉਹ ਢਾਡੀਕਾਰਾਂ ਨੇ ਸਾਡਾ ਇਤਿਹਾਸ ਵੀ ਸਾਂਭਿਆ ਕਿ ਕਿਵੇਂ ਗੁਰੂ ਸਾਹਿਬ ਕਿੱਥੇ ਕਿੱਥੇ ਗਏ, ਕਿਵੇਂ ਕਿਵੇਂ ਗਏ, ਪਰ ਅਸੀਂ ਉਹਨਾਂ ਨੂੰ ਸਾਹਿਤ ਦੇ ਇਤਿਹਾਸਾਂ ਚੋਂ ਗਾਇਬ ਕਰਤਾ। ਤਾਂ ਉਹ ਵੰਨਗੀ ਵੀ ਇਹਦੇ ਵਿੱਚ ਦਰਜ ਕੀਤੀ ਗਈ। ਮਾਲਵੇ ਦੇ ਵਿੱਚ ਇੱਕ ਕਵੀਸ਼ਰੀ ਦੀ ਪਰੰਪਰਾ ਹੈ, ਕਵੀਸ਼ਰੀ ਦੀ ਬਹੁਤ ਲੰਮੀ ਚੌੜੀ ਪਰੰਪਰਾ। ਉਸ ਪਰੰਪਰਾ ਦੇ ਵਿੱਚੋਂ ਸਾਡੇ ਕੋਲ ਬਹੁਤ ਸਾਰੇ ਮਾਲਵੇ ਦੇ ਕਵੀਸ਼ਰ ਹੋਏ ਆ, ਚਾਹੇ ਉਹ ਬਾਬੂ ਰਾਜਾ ਬੇਲੀ ਹੋਵੇ, ਪਰ ਉਹਨਾਂ ਕਵੀਸ਼ਰਾਂ ਨੂੰ ਵੀ ਕਿਤੇ ਥਾਂ ਨਹੀਂ ਅਸੀਂ ਦਿੱਤੀ। ਤਾਂ ਮੇਰੇ ਮਨ ਦੇ ਵਿੱਚ ਸਿਰਫ ਇਹ ਹੀ ਨਹੀਂ ਸੀ ਇਸ ਕਿਤਾਬ ਨੂੰ ਸੰਪਾਦਿਤ ਕਰਦਿਆਂ ਕਿ ਸਿਰਫ ਇਤਿਹਾਸ ਵਿੱਚ ਉਹਨਾਂ ਵਿਅਕਤੀਆਂ ਨੂੰ ਥਾਂ ਦੇਣੀ ਹੈ ਜਾਂ ਉਹਨਾਂ ਵਿਚਾਰਾਂ ਨੂੰ ਥਾਂ ਦੇਣੀ ਹੈ ਜਿਹੜੇ ਇਤਿਹਾਸ ਵਿੱਚ ਦਬਾਏ ਗਏ। ਇਹ ਵੀ ਇੱਕ ਵਿਚਾਰ ਸੀ ਕਿ ਸਾਹਿਤ ਦੇ ਵਿੱਚ ਉਹਨਾਂ ਕਾਵਿ ਰੂਪਾਂ ਨੂੰ ਵੀ ਥਾਂ ਦੇਣੀ ਚਾਹੀਦੀ ਹੈ ਜਿਹੜੇ ਕਾਵਿ ਰੂਪਾਂ ਨੂੰ ਅਸੀਂ ਕਿਤੇ ਕਾਵਿ ਰੂਪ ਮੰਨਿਆ ਹੀ ਨਹੀਂ। ਅਸੀਂ ਗੀਤ, ਗਜ਼ਲ, ਛੰਦਬੱਧ ਕਵਿਤਾ ਤੇ ਖੁੱਲੀ ਕਵਿਤਾ ਨੂੰ ਹੀ ਕਵਿਤਾ ਮੰਨਦੇ। ਅਸੀਂ ਢੱਡ ਸਾਰੰਗੀ ਵਾਲਿਆਂ ਨੂੰ, ਅਸੀਂ ਕਵੀਸ਼ਰਾਂ ਨੂੰ,
ਅਸੀਂ ਮੈਂ ਕਿ ਝਗੜੇ ਕਾਵਿ ਲਿਖਣ ਵਾਲਿਆਂ ਨੂੰ ਅਸੀਂ ਕਦੇ ਕਵੀ ਨਹੀਂ ਸੀ ਮੰਨੇ, ਉਹਨਾਂ ਨੂੰ ਥਾਂ ਦੇਣ ਦੀ ਕੋਸ਼ਿਸ਼ ਕੀਤੀ। ਜਿਹੜੇ ਸਾਡੇ ਸਮਕਾਲੀ ਗੀਤਕਾਰ ਨੇ, ਸਮਕਾਲੀ ਜਿਹੜੇ ਲੇਖਕ ਨੇ, ਉਹਨਾਂ ਵਿੱਚੋਂ ਵੀ ਅਸੀਂ ਬਹੁਤ ਸਾਰੇ ਬੰਦੇ ਆ ਜਿਹੜੇ ਉਹਨਾਂ ਨੂੰ ਥਾਂ ਬਹੁਤੀ ਨਹੀਂ ਦਿੱਤੀ। ਖਾਸ ਕਰਕੇ ਨੈਕਸਲਾਈਟ ਦੌਰ ਦੇ ਜਿਹੜੇ ਕਵੀ ਨੇ ਉਹਨਾਂ ਨੂੰ ਅਸੀਂ ਥਾਂ ਨਹੀਂ ਦਿੱਤੀ। ਪਾਸ਼ ਨੂੰ ਥੋੜ੍ਹੀ ਬਹੁਤੀ ਥਾਂ ਮਿਲੀ, ਪਰ ਸੰਤ ਰਾਮਦਾਸੀ ਨੂੰ, ਲਾਲ ਸਿੰਘ ਦਿਲ ਨੂੰ ਬਹੁਤ ਘੱਟ ਥਾਂ। ਤਾਂ ਉਹਦੇ ਵਿੱਚੋਂ ਸੰਤ ਰਾਮਦਾਸੀ ਨੂੰ ਸਿਲੇਬਸ ਸ਼ਾਮਲ ਕੀਤਾ ਗਿਆ। ਮਹਿੰਦਰਪਾਲ ਭੱਠਲ ਨੂੰ ਬਹੁਤ ਘੱਟ ਬੰਦੇ ਜਾਣਦੇ ਨੇ, ਹਾਲਾਂਕਿ ਉਹ ਬਹੁਤ ਅੱਛਾ ਸ਼ਾਇਰ ਰਿਹਾ। ਉਹਦਾ ਇੱਕ ਗੀਤ ਸ਼ਾਮਲ ਕੀਤਾ ਗਿਆ। ਇਸੇ ਤਰ੍ਹਾਂ ਹੀ ਇੱਕ ਗੀਤ ਆ ਜਿਹੜਾ ਉਹ ਧਰਮ ਕੰਮਿਆਣੇ ਦਾ ਸ਼ਾਮਲ ਕੀਤਾ ਗਿਆ। ਜਨਕ ਸ਼ਰਮੀਲੇ ਦਾ ਇੱਕ ਗੀਤ ਸ਼ਾਮਲ ਕੀਤਾ ਗਿਆ। ਤਾਂ ਉਹ ਗੀਤ ਇਸ ਕਰਕੇ ਸ਼ਾਮਲ ਕੀਤੇ ਗਏ ਕਿ ਅਸੀਂ ਬਹੁਤ ਕੁਝ ਬੰਦਿਆਂ ਨੂੰ ਮਾੜਾ ਗੀਤਕਾਰ ਮੰਨਦੇ ਹਾਂ ਕਿ ਇਹ ਗੰਦੇ ਗੀਤ ਗਾਉਂਦੇ ਨੇ, ਉਹਨਾਂ ਦੀ ਅਸੀਂ ਨਿਖੇਧੀ ਕਰਦੇ ਹਾਂ। ਉਹਨਾਂ ਵਿਰੁੱਧ ਕੁਝ ਲੋਕ ਮੁਜ਼ਾਹਰੇ ਵੀ ਕਰਦੇ ਨੇ। ਇਸਤਰੀ ਜਾਗਰਤੀ ਮੰਚ ਵਾਲਿਆਂ ਨੇ ਪਿੱਛੇ ਉਹ ਘੇਰੇ ਵੀ, ਉਹ 5 ਬੰਦੇ ਤੁਹਾਨੂੰ ਵੀ ਪਤਾ ਹੈ, ਪਰ ਤੁਹਾਡੇ ਚਿਹਰਿਆਂ ਤੇ ਇੱਕ ਹਲਕੀ ਜਿਹੀ ਵਿੱਚ ਕਿਤੇ ਮੁਸਕਣੀ ਵੀ ਆ ਜਾਊਗੀ ਵੀ ਨਹੀਂ ਬੰਦੇ ਤਾਂ ਠੀਕ ਨੇ। ਦਲਜੀਤ ਦੋਸਾਂਝ, ਹਨੀ ਸਿੰਘ, ਮਿਸ ਪੂਜਾ, ਗੀਤਾ ਜੈਲਦਾਰ, ਮੈਨੂੰ ਨਾ ਸਾਰਿਆਂ ਦੇ ਉਤੜੇ ਪੋਤੜੇ ਪਤਾ ਹੈ ਕਿ ਉਹ ਕੀ ਕਰਦੇ ਆ ਤੇ ਕੀ ਨਹੀਂ ਕਰਦੇ। ਉਹਨਾਂ ਦੀ ਤਾਂ ਅਸੀਂ ਗੱਲ ਕਰੀ ਜਾਂਦੇ ਕਿ ਉਹ ਮਾੜੇ ਬੰਦੇ ਆ, ਮਾੜੇ ਬੰਦੇ। ਭਾਈ ਚੰਗੇ ਬੰਦੇ ਕਿੱਥੇ? ਕਿ ਚੰਗਾ ਗੀਤ ਲਿਖਣ ਵਾਲਾ ਅੱਜ ਕੋਈ ਨਹੀਂ ਗਾ। ਕਮ ਸੇ ਕਮ ਉਹਨਾਂ ਦੇ ਮੁਕਾਬਲੇ ਗੁਰਦਾਸ ਮਾਨ ਨੇ ਉਹੋ ਜਿਹਾ ਕਦੇ ਕੋਈ ਮਾੜਾ ਗੀਤ ਨਹੀਂ ਲਿਖਿਆ। ਉਹਨਾਂ ਦੇ ਮੁਕਾਬਲੇ ਅਮਰਦੀਪ ਗਿੱਲ ਨੇ ਕਦੇ ਕੋਈ ਮਾੜਾ ਗੀਤ ਨਹੀਂ ਲਿਖਿਆ। ਕਦੇ ਜਨਕ ਸ਼ਰਮੀਲੇ ਨੇ ਉਹੋ ਜਿਹਾ ਕੋਈ ਮਾੜਾ ਗੀਤ ਨਹੀਂ ਲਿਖਿਆ। ਉਸ ਕਿਸਮ ਦੇ ਗੀਤਕਾਰਾਂ ਦੇ ਵਿੱਚ ਜੇ ਚਾਹੇ ਉਹ ਬੰਦੇ ਕਿ ਜਿਹੜੇ ਅੱਜ ਗੀਤ ਲਿਖਦੇ ਨੇ ਪਰ ਚੰਗੇ ਗੀਤ ਲਿਖਦੇ ਨੇ, ਜੇ ਉਹਨਾਂ ਗੀਤਾਂ ਨੂੰ ਅਸੀਂ ਪ੍ਰੋਤਸਾਹਨ ਨਹੀਂ ਦੇਵਾਂਗੇ, ਜੇ ਉਹਨਾਂ ਗੀਤਾਂ ਨੂੰ ਅਸੀਂ ਸਿਲੇਬਸਾਂ ਦਾ ਹਿੱਸਾ ਨਹੀਂ ਬਣਾਵਾਂਗੇ, ਤਾਂ ਨਿਸ਼ਚੈ ਹੀ ਉਹ ਵੀ ਮੰਡੀ ਦਾ ਮਾਲ ਬਣ ਜਾਣਗੇ। ਇਹ ਸੋਚ ਕੇ ਵੀ ਉਹ ਗੀਤ ਇਹਦੇ ਵਿੱਚ ਦਰਜ ਕੀਤੇ ਗਏ ਨੇ। ਤਾਂ ਇਸ ਤਰ੍ਹਾਂ ਇਹ ਪੁਸਤਕ ਇੱਕ ਢੰਗ ਨਾਲ ਦਬਾਏ ਹੋਏ ਲੋਕਾਂ ਦੀ ਗਾਥਾ ਕਹਿੰਦੀ ਹੈ। ਜਿਹੜੇ ਕਾਵਿ ਰੂਪ ਸਾਡੇ ਸਾਹਿਤ ਦੇ ਚਿੰਤਕਾਂ ਨੇ ਸਾਈਡ ਤੇ ਕਰ ਰੱਖੇ, ਉਹਨਾਂ ਨੂੰ ਕੇਂਦਰ 'ਚ ਲਿਆਉਣ ਦਾ ਯਤਨ ਹੈ। ਮੁੱਖ ਸੁਰ ਹੈ ਜਿਹੜੀ ਸਾਮਰਾਜ ਦਾ ਵਿਰੋਧ, ਇਸ ਕਿਤਾਬ ਦੀ ਮੁੱਖ ਸੁਰ ਹੈ ਜਿਹੜੀ ਉਹ ਸਾਮਰਾਜ ਦਾ ਵਿਰੋਧ ਆ। ਉਹ ਚਾਹੇ ਕੂਕੇ ਕਰਨ, ਚਾਹੇ ਬੱਬਰ ਅਕਾਲੀ ਕਰਨ, ਚਾਹੇ ਉਹ ਗਦਰੀ ਬਾਬੇ ਕਰਨ, ਚਾਹੇ ਉਹ ਕਾਲੀ ਲਹਿਰ ਵਾਲੇ ਕਰਨ, ਚਾਹੇ ਉਹ ਭਗਤ ਸਿੰਘ ਦੇ ਸਾਥੀ ਕਰਨ। ਤਾਂ ਇਸ ਕਵਿਤਾ ਦੇ ਬਹਾਨੇ ਤੁਸੀਂ ਪੰਜਾਬੀ ਦੇ ਸਾਹਿਤ ਨੂੰ ਹੀ ਨਹੀਂ, ਪੰਜਾਬ ਦੇ ਇਤਿਹਾਸ ਨੂੰ ਰੀਵਿਜ਼ਿਟ ਕਰ ਸਕਦੇ ਆ। ਤੁਸੀਂ ਉਸ ਨੂੰ ਦੁਬਾਰਾ ਮੁੜ ਪੜਤਾਲ ਸਕਦੇ ਆ। ਬਹੁਤ ਸਾਰੀਆਂ ਜਿਹੜੀਆਂ ਇਸ ਕਿਤਾਬ ਬਾਰੇ ਸਿਧਾਂਤਕ ਗੱਲਾਂ ਨੇ, ਉਹ ਲਗਭਗ ਭੂਮਿਕਾ ਦੇ ਵਿੱਚ ਬਹੁਤ ਲੰਮੀ ਚੌੜੀ ਭੂਮਿਕਾ ਲਿਖੀ ਹੈ। ਸਿਰਫ ਇਸ ਕਰਕੇ ਲਿਖੀ ਹੈ ਕਿ ਬਹੁਤ ਵਾਰੀ ਇਹ ਕਿਹਾ ਜਾਂਦਾ ਕਿ ਵਿਦਿਆਰਥੀ ਕੁੰਜੀਆਂ ਪੜ੍ਹਦੇ ਨੇ, ਸੋਨੀਆ ਪਬਲੀਕੇਸ਼ਨ ਦੀਆਂ ਗਾਈਡਾਂ ਪੜ੍ਹਦੇ ਨੇ। ਤਾਂ ਇਹ ਕਿਤਾਬ ਆ ਜਿਹੜੀ ਮੈਂ ਇਹ ਸਮਝਦਾ ਸੀ ਕਿ ਵਿਦਿਆਰਥੀਆਂ ਨੂੰ ਇਹਦੇ ਬਾਰੇ ਖੁਦ ਪੜ੍ਹਨਾ ਚਾਹੀਦਾ। ਜੇ ਪਹਿਲੇ 24-25 ਪੰਨੇ ਜੇ ਤੁਸੀਂ ਪੜ੍ਹ ਲਓ ਤਾਂ ਕਾਫੀ ਮਟੀਰੀਅਲ ਉਹਨੂੰ ਮਿਲ ਜਾਂਦਾ। ਜਿੰਨੀਆਂ ਇਹਦੇ ਵਿੱਚ ਕਵਿਤਾਵਾਂ ਸ਼ਾਮਲ ਨੇ, ਉਹਨਾਂ ਕਵਿਤਾਵਾਂ ਦੇ ਬਾਰੇ ਤੇ ਉਹਨਾਂ ਕਵਿਤਾਵਾਂ ਦੇ ਲੇਖਕਾਂ ਬਾਰੇ ਅੰਤ ਦੇ ਵਿੱਚ ਕੰਤਕਾ ਦਿੱਤੀ ਹੈ ਜਿਹੜੀ ਤੁਸੀਂ ਉੱਥੋਂ ਪੜ੍ਹ ਸਕਦੇ ਹੋ। ਲਗਭਗ ਇਸ ਕਿਤਾਬ ਦੇ ਬਾਰੇ ਤੁਹਾਨੂੰ ਸਵਾਲ ਤਿਆਰ ਕਰਨ ਲਈ ਸਿਰਫ ਤੇ ਸਿਰਫ ਇਹ ਕਿਤਾਬ ਪੜ੍ਹਨ ਦੀ ਜ਼ਰੂਰਤ ਆ। ਇਸ ਕਿਤਾਬ ਤੋਂ ਬਾਹਰ ਜਾਣ ਦੀ ਜ਼ਰੂਰਤ ਨਹੀਂ ਆ। ਫਿਰ ਵੀ ਜਿਹੜੇ ਵਿਦਿਆਰਥੀ ਥੋੜਾ ਬਹੁਤਾ ਕੰਪਿਊਟਰ ਪੜ੍ਹਦੇ ਦੇਖਦੇ ਆ ਜਾਂ ਕੰਪਿਊਟਰ ਨੂੰ ਕਦੇ ਚਲਾ ਲੈਂਦੇ ਆ, ਤਾਂ ਉਹਦੇ ਵਿੱਚ ਇੱਕ ਬਲੌਗ ਆ ਮੇਰਾ, ਰਜਿੰਦਰਪਾਲ ਸਿੰਘ ਬਰਾੜ ਬਲੌਗ ਸਪੌਟ। ਇਹ ਰਜਿੰਦਰਪਾਲ ਸਿੰਘ ਬਰਾੜ ਜੇ ਤੁਸੀਂ ਗੂਗਲ ਦੇ ਵਿੱਚ ਇੰਨਾ ਹੀ ਭਰ ਦਿਓਗੇ, ਜਿਹੜੇ ਵਿਦਿਆਰਥੀ ਥੋੜਾ ਬਹੁਤਾ ਕੰਪਿਊਟਰ ਵਰਤਦੇ ਆ, ਤਾਂ ਉਹਦੇ ਵਿੱਚ ਮੇਰੇ ਨਾਂ ਦਾ ਬਲੌਗ ਆ ਜਾਊਗਾ। ਉਹ ਜੇ ਬਲੌਗ ਖੋਲ ਲਓਗੇ ਤਾਂ ਮੇਰੇ ਵਿਦਿਆਰਥੀਆਂ ਨੇ, ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ, ਜਿਹੜੀ ਇੱਕ ਇੱਕ ਕਵਿਤਾ ਉੱਤੇ ਇੱਕ ਇੱਕ ਬੱਚੇ ਨੇ 5-5 ਪੇਜ ਲਿਖੇ ਹੋਏ ਆ, ਉਹ 90 ਪੇਜ ਉਹਦੇ ਉੱਤੇ ਪਏ ਆ, ਉਹ ਤੁਸੀਂ ਪੜ੍ਹ ਸਕਦੇ ਆ। ਕਿਸੇ ਹੋਰ ਕਾਲਜ ਦੇ ਵਿੱਚ ਮੈਂ ਇਸੇ ਹੀ ਕਿਤਾਬ ਉੱਤੇ ਲੈਕਚਰ ਦੇਣ ਗਿਆ ਸੀ। ਉਹ ਲੈਕਚਰ ਹੈ ਜਿਹੜਾ ਉਹ YouTube ਤੇ ਪਿਆ, ਉਹ ਵੀ ਮੇਰੇ ਨਾਂ ਨਾਲ ਉੱਥੋਂ ਨਿਕਲ ਆਉਂਦਾ। ਤੁਸੀਂ ਉਹ ਦੇਖ ਸਕਦੇ ਜੇ ਵਾਧੂ ਪੜ੍ਹਨਾ। ਪਰ ਲਗਭਗ ਜਿਹੜਾ ਸਿਲੇਬਸ ਆ ਉਹਦੇ ਲਈ ਜਿਹੜੇ ਸੰਬੰਧਿਤ ਸਵਾਲ ਨੇ, ਉਹ 2-3 ਸਵਾਲ ਤੁਹਾਡੇ ਆਉਂਦੇ ਹੁੰਦੇ ਆ ਕਿ ਇਹਦੇ ਮੁੱਖ ਵਿਸ਼ੇ ਕਿਹੜੇ ਨੇ। ਮੁੱਖ ਵਿਸ਼ਾ ਸਾਮਰਾਜਵਾਦ ਦਾ ਵਿਰੋਧ ਆ, ਔਰਤ ਦੇ ਹੱਕ ਵਿੱਚ ਆ, ਦਲਿਤ ਮਜ਼ਦੂਰ ਦੀ ਗੱਲ ਆ। ਇਹ 3 ਇਹਦੇ ਮੁੱਖ ਵਿਸ਼ੇ ਨੇ। ਜੇ ਆਪਾਂ ਕਹੀਏ ਕਿ ਇਹਦੇ ਵਿੱਚ ਕਾਵਿ ਰੂਪ ਕਿਹੜੇ ਕਿਹੜੇ ਨੇ, ਇਹਦੇ ਵਿੱਚ ਕਵਿਸ਼ਰੀ ਵੀ ਹੈ, ਤਾਂ ਇਹਦੇ ਵਿੱਚ ਢੱਡ ਸਾਰੰਗੀ ਵੀ ਹੈ, ਤੇ ਇਹਦੇ ਵਿੱਚ ਗੀਤ ਵੀ ਨੇ, ਤੇ ਇਹਦੇ ਵਿੱਚ ਛੰਦਬੱਧ ਕਵਿਤਾਵਾਂ ਵੀ ਆ। ਇੱਕ ਹੋਰ ਬਹੁਤ ਵੱਡਾ ਪ੍ਰਸੰਗ ਆ ਜਿਹੜਾ ਮੈਂ ਹੁਣ ਇੱਥੇ ਅੱਜ ਨਹੀਂ ਹਾਲ ਦੀ ਘੜੀ ਛੇੜਿਆ, ਕਿਉਂਕਿ ਮੈਨੂੰ ਨਹੀਂ ਪਤਾ ਕਿ ਤੁਹਾਡੇ ਕੋਲ ਸਮਾਂ ਕਿੰਨਾ ਕਾ।
ਉਹ ਹੈਗਾ ਕਿ ਦੇਸ਼ ਵੰਡ ਨਾਲ ਸੰਬੰਧਿਤ ਬਹੁਤ ਸੋਹਣੀਆਂ ਇਹਦੇ ਵਿੱਚ 3-4 ਕਵਿਤਾਵਾਂ ਨੇ। ਉਹਨਾਂ ਵਿੱਚੋਂ 1-2 ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਕਿ ਇੱਕ ਸਾਡਾ ਬਹੁਤ ਸੋਹਣਾ ਸ਼ਾਇਰ ਸੀਗਾ, ਗੀਤਕਾਰ ਸੀਗਾ ਇੰਦਰਜੀਤ ਹਸਨਪੁਰੀ, ਪਰ ਉਹ ਜ਼ਿਆਦਾ ਮਸ਼ਹੂਰ ਕਾਹਦੇ ਨਾਲ ਹੋਇਆ? ਗੜਵਾ ਲੈ ਦੇ ਚਾਂਦੀ ਦਾ। ਇਹੀ ਉਹਦਾ ਮਸ਼ਹੂਰ ਹੋਇਆ, ਲੱਕ ਹਿੱਲੇ ਮਜਾਜਣ ਜਾਂਦੀ ਦਾ, ਬਸ ਇਹ ਹੀ ਮਸ਼ਹੂਰ ਹੋਇਆ। ਹਾਲਾਂਕਿ ਉਹ ਸ਼ਾਇਰ ਬਹੁਤ ਕਮਾਲ ਦਾ ਸੀਗਾ। ਤਾਂ ਉਹ ਕਿੱਥੇ ਗਏ ਉਹ ਦਿਨੋ ਅਸਲਮ, ਇੱਕ ਬਹੁਤ ਹੀ ਭਾਵਕ ਨਜ਼ਮ ਆ ਕਿ ਇੱਕ ਬੰਦਾ ਪਾਕਿਸਤਾਨ ਜਿਹੜਾ ਉਹਦਾ ਦੋਸਤ ਚਲਿਆ ਜਾਂਦਾ ਦੇਸ਼ ਦੀ ਵੰਡ ਸਮੇਂ, ਉਹਦੇ ਨਾਲ ਸੰਬੰਧਿਤ ਬਹੁਤ ਵਧੀਆ ਉਹਦੀ ਸ਼ਾਇਰੀ ਹੈਗੀ ਹੈ। ਪਰ ਜਿਸ ਨਜ਼ਮ ਦਾ ਮੈਂ ਤੁਹਾਡੇ ਇੱਥੇ ਜ਼ਿਕਰ ਕਰਨਾ ਚਾਹੁੰਦਾ, ਅਮਤੋਜ਼ ਦੀ ਨਜ਼ਮ ਦਾ ਜ਼ਿਕਰ ਕਰਨਾ ਚਾਹੁੰਦਾ। ਆਪਣੇ ਸਮੇਂ ਅਮਤੋਜ਼ ਬਹੁਤ ਵੱਡਾ ਸੀ, ਤੇ ਵੱਡਾ ਬੰਦਾ ਕਈ ਵਾਰ ਇਸ ਕਰਕੇ ਵੀ ਵੱਡਾ ਲੱਗਦਾ ਕਿ ਉਹਦੇ ਜਿਹੜੇ ਨਾਲ ਦੇ ਆ ਉਹਨੂੰ ਕਿੰਨਾ ਵੱਡਾ ਕਰਦੇ ਆ। ਸਾਡੇ ਕੋਲੇ ਬਹੁਤ ਵੱਡੇ ਸ਼ਾਇਰ ਨੇ, ਪਾਸ਼ ਤੇ ਸਰਜੀਤ ਪਾਤਰ, ਪਰ ਸਰਜੀਤ ਪਾਤਰ ਤੇ ਪਾਸ਼ ਵੀ ਮੰਨਦੇ ਸੀ ਕਿ ਅਮਤੋਜ਼ ਬਹੁਤ ਵੱਡਾ ਸ਼ਾਇਰ ਸੀ। ਤੇ ਜੇ ਏਡੇ ਵੱਡੇ ਸ਼ਾਇਰ ਕਿਸੇ ਨੂੰ ਵੱਡਾ ਸ਼ਾਇਰ ਮੰਨਦੇ ਆ ਤਾਂ ਲਾਜ਼ਮੀ ਉਹ ਵੱਡਾ ਸ਼ਾਇਰ ਹੋ, ਪਰ ਉਹ ਸਾਡੇ ਚੇਤਿਆਂ ਚੋਂ ਵਿਸਰ ਗਿਆ। ਤਾਂ ਖਾਲੀ ਤਰਕਸ਼ ਉਹਦੀ ਇੱਕ ਕਿਤਾਬ ਆਈ, ਹੋਰ ਉਹਦੀ ਨਹੀਂ ਕੋਈ ਕਿਤਾਬ ਆਈ। ਤਾਂ ਉਸ ਦੀ ਇੱਕ ਕਵਿਤਾ ਦੀ ਜਿਹੜੀ ਲਾਈਨਾਂ ਨੇ ਉਹ ਬਹੁਤ ਸੋਹਣੀਆਂ ਕਵਿਤਾ ਦੀਆਂ ਲਾਈਨਾਂ, ਜਿਹੜੀਆਂ ਮੈਨੂੰ ਇਸ ਤਰ੍ਹਾਂ ਲੱਗਦੀਆਂ ਕਿ ਜੇ ਤੁਸੀਂ ਕਵਿਤਾ ਦੀ ਕਿਤੇ ਖੂਬਸੂਰਤੀ ਮਾਣਨੀ ਹੋਵੇ ਤਾਂ ਤੁਹਾਨੂੰ ਇਸ ਤਰ੍ਹਾਂ ਦੀਆਂ ਗੱਲਾਂ ਬਹੁਤ ਹੀ ਘੱਟ ਮਿਲਦੀਆਂ। ਲਾਹੌਰ ਦੇ ਨਾਂ ਜਿਹੜਾ ਇੱਕ ਖਾਤਾ ਉਹਦਾ, ਉਹ ਇੰਨਾ ਮਰ ਕੇ ਤੁਹਾਨੂੰ ਲੱਗਦਾ ਹੈ ਕਿ ਇੰਨੀ ਖੂਬਸੂਰਤ ਗੱਲ ਬੰਦਾ ਇੰਨੇ ਵਿਲੱਖਣ ਅੰਦਾਜ਼ ਦੇ ਵਿੱਚ ਕਹਿੰਦਾ। ਹਾਂ, ਮੇਰੇ ਪਿਆਰੇ ਚਾਚਾ ਜਾਨ ਬਸ਼ੀਰ ਮੁਹੰਮਦ ਉਰਫ ਸ਼ੀਰੂ ਨੂੰ ਸਲਾਮ ਪਹੁੰਚੇ, ਆਦਾਬ ਪਹੁੰਚੇ। ਹੁਣ ਅਗਲੀਆਂ ਤੁਸੀਂ ਲਾਈਨਾਂ ਦੇਖੋ। ਚਾਚਾ, ਤੇਰੇ ਜਾਣ ਤੋਂ ਤੁਰੰਤ ਬਾਅਦ ਤੂੰ ਜੋ ਮਾਸੂਮ ਕਬੂਤਰ ਪਾਲੇ ਸਨ ਉਹ ਤਾਂ ਮਰ ਗਏ, ਪਰ ਖੁੱਡਿਆਂ 'ਚ ਆਪਣੀ ਬਦਬੂ ਛੱਡ ਗਏ। ਹੁਣ ਮਾਸੂਮ ਕਬੂਤਰ ਪੀਸ, ਅਮਨ ਦੇ ਪ੍ਰਤੀਕ, ਤੇ ਉਹਨਾਂ ਦਾ ਮਰ ਜਾਣਾ ਤੇ ਪਿੱਛੇ ਬਦਬੂ ਛੱਡ ਦੇਣਾ। ਦੇਸ਼ ਤਾਂ ਵੰਡਿਆ ਗਿਆ, ਭਾਰਤ ਪਾਕਿਸਤਾਨ ਬਣ ਗਿਆ, ਪਰ ਹਜ਼ਾਰਾਂ ਲੋਕਾਂ ਦੀਆਂ ਲਾਸ਼ਾਂ ਵਿਛ ਗਈਆਂ। ਉਹ ਮਾਸੂਮ ਕਬੂਤਰ ਨੇ ਜਿਹੜੇ ਮਾਰੇ ਗਏ, ਪਿੱਛੇ ਬਦਬੂ ਛੱਡ ਗਏ। ਬਸ਼ੀਰਾ ਚਾਚਾ, ਉਹ ਪੱਗ ਜੋ ਤੂੰ ਆਪਣੇ ਦੋਸਤ ਨਾਲ ਬਦਲੀ ਸੀ ਹੁਣ ਕਿਸੇ ਦਿਨ ਵੀ ਮੇਰੇ ਸਿਰ ਤੇ ਵੱਜ ਸਕਦੀ ਆ। ਬਾਪੂ ਦੀ ਹਾਲਤ ਖਰਾਬ ਹੈ ਕਿ ਮੈਂ ਨਹੀਂ ਚਾਹੁੰਦਾ ਕਿ ਖੂਨ ਦੇ ਦਾਗ ਮੇਰੇ ਸਿਰ ਸਜਣ। ਭਰਾਵਾਂ ਨੇ ਭਰਾਵਾਂ ਦਾ ਕਤਲ ਕੀਤਾ, ਪੱਗ ਵੱਟ ਭਰਾਵਾਂ ਨੇ ਪੱਗ ਵੱਟ ਭਰਾਵਾਂ ਨੂੰ ਮਾਰਿਆ। ਤੇ ਉਹਦੇ ਬਾਰੇ ਫਿਰ ਉਹ ਕੀ ਕਹਿੰਦਾ? ਆਮ ਆਪਾਂ ਕਹਿ ਦਿੰਦੇ ਆ ਕਿ ਪੱਗ ਬੰਨਣ ਦੀ ਰਸਮ ਕੀਤੀ ਜਾਂਦੀ ਹੈ ਮਰਨ ਤੋਂ ਬਾਅਦ। ਉਹ ਕਹਿੰਦਾ ਹੁਣ ਬਾਪੂ ਮਰਨ ਵਾਲਾ, ਮੈਂ ਨਹੀਂ ਚਾਹੁੰਦਾ ਕਿ ਉਹ ਦਾਗ ਮੇਰੇ ਸਿਰ ਤੇ ਸਜਣ। ਇਸ ਲਈ ਇਸ ਖਤ ਨੂੰ ਖਤ ਨਹੀਂ ਤਾਰ ਸਮਝਣਾ ਤੇ ਪੜ੍ਹਦਿਆਂ ਹੀ ਵਾਪਸੀ ਡਾਕ ਤੇ ਪਿੰਡ ਵਾਪਸ ਆ ਜਾਣਾ। ਬੁੱਢੇ ਰੁੱਖ ਨੇ ਟੁੱਟਣਾ ਹੀ ਹੈ ਇੱਕ ਦਿਨ ਆਖਰ, ਕਹਿ ਕੇ ਟਾਲਣ ਦੀ ਕੋਸ਼ਿਸ਼ ਨਾ ਕਰੀ। ਚਾਚਾ, ਤੇਰੇ ਭਰਾ ਦੇ ਬਿਮਾਰ ਬੁੱਲਾਂ ਤੇ ਇਹ ਸ਼ੇਰ ਹਰ ਵੇਲੇ ਤੜਫਦਾ ਰਹਿੰਦਾ। ਮਿਟ ਗਿਆ ਜਦ ਲਿਖਣ ਵਾਲਾ, ਫਿਰ ਪੈਗਾਮ ਆਇਆ ਤੇ ਕੀ ਉਹਦੀ ਖੱਬੀ ਜੇਬ 'ਚ ਪਈ ਤੇਰੀ ਘੜੀ ਉਹਦੇ ਦਿਲ ਦੀ ਤਰ੍ਹਾਂ ਹੀ ਰੁਕ ਰੁਕ ਜਾਂਦੀ ਆ। ਪਰ ਚਾਚੀ ਦੀ ਇਮਾਨਤ, ਸਿਲਾਈ ਮਸ਼ੀਨ ਮਾਂ ਨੇ ਸੰਭਾਲ ਕੇ ਰੱਖੀ ਆ। ਉਹਦਾ ਵਿਸ਼ਵਾਸ ਹੈ ਕਿ ਲੀਰਾਂ ਅਜੇ ਵੀ ਸੀਤੀਆਂ ਜਾ ਸਕਦੀਆਂ। ਜਦੋਂ ਦੇਸ਼ ਵੰਡਿਆ ਗਿਆ ਤੇ ਲੋਕੀ ਇੱਧਰ ਆਪਦਾ ਸਮਾਨ ਐਸ ਆਸਰੇ ਛੱਡ ਗਏ, ਇਹ ਤਾਂ 4 ਦਿਨਾਂ ਦਾ ਰੌਲਾ ਗੋਲਾ, ਅਸੀਂ ਫੇਰ ਆਵਾਂਗੇ। ਲੋਕ ਗਾਵਾਂ ਮੱਝਾਂ ਇੱਕ ਦੂਸਰੇ ਨੂੰ ਸੰਭਾ ਗਏ। ਉਧਰ ਵੀ ਸੰਭਾਇਆ ਹੈ, ਹਿੰਦੂ ਸਿੱਖ ਉਧਰ ਸੰਭਾਇਆ ਹੈ, ਮੁਸਲਮਾਨ ਇੱਧਰ ਸੰਭਾ ਗਏ। ਇਹ ਤਾਂ ਮਲੇਰਕੋਟਲੇ ਦੀ ਧਰਤੀ ਤਾਂ ਚੰਗੀ ਧਰਤੀ ਹੈ ਕਿ ਜਿੱਥੇ ਇਹੋ ਜਿਹਾ ਕੁਝ ਨਹੀਂ ਹੋਇਆ। ਤਾਂ ਹੋਇਆ ਕੀ? ਉਹ ਕਹਿੰਦੇ ਸਿਲਾਈ ਮਸ਼ੀਨ ਹਜੇ ਵੀ ਸਾਂਭ ਰੱਖੀ ਹੈ। ਤੇ ਸਿਲਾਈ ਮਸ਼ੀਨ ਨਾਲ ਉਹਦਾ ਵਿਸ਼ਵਾਸ ਕੀ ਹੈ ਕਿ ਲੀਰਾਂ ਹਜੇ ਵੀ ਸੀਤੀਆਂ ਜਾ ਸਕਦੀਆਂ। ਤੇ ਕਈ ਵਾਰ ਲੱਗਦਾ ਹੈ ਕਿ ਕੀ ਲੀਰਾਂ ਸੀਤੀਆਂ ਜਾ ਸਕਦੀਆਂ, ਜਾਂ ਉਸ ਤੋਂ ਬਾਅਦ ਵੀ 71 ਦੀ ਜੰਗ ਹੋਣੀ ਹੈ, ਉਸ ਤੋਂ ਬਾਅਦ ਵੀ ਮਾ ਕੇ ਕਾਰਗਲ ਹੋਣਾ, ਕੀ ਇਹ ਲੀਰਾਂ ਸੀਤੀਆਂ ਜਾਣੀਆਂ? ਜਾਂ ਮਾ ਕੇ ਤੁਸੀਂ ਕੁਝ ਬੰਦਿਆਂ ਨੇ ਸ਼ਾਇਦ ਕਦੇ ਵੇਖਿਆ ਹੋਵੇ ਬਾਘਾ ਬਾਰਡਰ ਦੇ ਉੱਤੇ ਰਿਟਰੀਟ ਦੀ ਇੱਕ ਰਸਮ ਆ, ਝੰਡਾ ਚੜਾਉਣ ਦੀ, ਉਤਾਰਨ ਦੀ, ਵੇਖੀ ਕਿਸੇ ਨੇ? ਤੜਕੇ ਚੜਾਇਆ ਜਾਂਦਾ ਤੇ ਸ਼ਾਮ ਨੂੰ ਲਾਇਆ ਜਾਂਦਾ। ਜਦੋਂ ਲਾਇਆ ਜਾਂਦਾ ਤੇ ਫੌਜੀ ਉਹ ਆਉਂਦੇ ਆ ਤੇ ਇੱਕ ਦੂਜੇ ਲੱਤਾਂ ਮਾਰਦੇ ਨੇ। ਉਹ ਲੱਤਾਂ ਮਾਰਨ ਦੀ ਲੋੜ ਕੀ ਹੈ? ਇਹੀ ਹੈ ਨਾ ਕਿ ਅਸੀਂ ਇੱਕ ਦੂਜੇ ਨੂੰ ਨਫ਼ਰਤ ਕਰਦੇ ਹਾਂ, ਜਿਹੜੇ ਕਿ ਅਸੀਂ ਸਦੀਆਂ ਤੋਂ ਇਕੱਠੇ ਰਹਿੰਦੇ ਆਏ ਸੀ। ਤਾਂ ਉਸ ਚੀਜ਼ ਨੂੰ ਇਹ ਕਵਿਤਾ ਜਿੰਨੀ ਸੋਹਣੀ ਤਰ੍ਹਾਂ ਦੱਸਦੀ ਹੈ, ਮੈਨੂੰ ਨਹੀਂ ਲੱਗਦਾ ਕਿ ਪੰਜਾਬੀ ਦੇ ਵਿੱਚ ਦੇਸ਼ ਵੰਡ ਨਾਲ ਸੰਬੰਧਿਤ ਕੋਈ ਹੋਰ। ਸਾਡੇ ਕੋਲੇ ਉਹੀ 1-2 ਕਵਿਤਾਵਾਂ ਜਿਹਨਾਂ ਨੂੰ ਅਸੀਂ ਵਾਰ-ਵਾਰ ਦੁਹਰਾਈ ਜਾਂਦੇ, ਅੱਜ ਆਖਾਂ ਵਾਰੇ ਸ਼ਾਹ ਨੂੰ, ਅੱਜ ਆਖਾਂ ਵਾਰੇ ਸ਼ਾਹ ਨੂੰ। ਪਰ ਹੋਰ ਵੀ ਸਾਡੇ ਕੋਲੇ ਬਹੁਤ ਕੁਝ ਆ ਜਿਹੜਾ ਬਹੁਤ ਹੀ ਖੂਬਸੂਰਤ ਆ। ਚਾਚੀ ਦੀ ਸਿਹਤ ਕਿਵੇਂ ਆ? ਬਹੁਤ ਤਕੜੀ ਔਰਤ ਸੀ। ਮੈਨੂੰ ਤੇ ਅਰਸ਼ਦ ਨੂੰ ਇੱਕੋ ਵਾਰ ਆਪਣਾ ਦੁੱਧ ਪਿਆ ਦਿੰਦੀ ਸੀ। ਅਰਸ਼ਦ ਤਾਂ ਹੁਣ ਵੱਡਾ ਹੋ ਗਿਆ ਹੋਵੇਗਾ ਮੇਰੇ ਵਾਂਗ। ਅੱਜ ਕੱਲ ਕਿਹੜੀ ਕਲਾਸ ਵਿੱਚ ਆ? ਆਰਟਸ ਪੜ੍ਹਦਾ ਹੈ ਜਾਂ ਸਾਇੰਸ? ਕਿਤੇ ਫੌਜ 'ਚ ਭਰਤੀ ਤੇ ਨਹੀਂ ਹੋ ਗਿਆ। ਹੁਣ ਇਹ ਕਿ ਜੇ ਉਹ ਫੌਜ 'ਚ ਭਰਤੀ ਹੋ ਗਿਆ ਤੇ ਫਿਰ ਆ ਕੇ ਲੜੂਗਾ ਕਿਹਦੇ ਨਾਲ?
इधर भारती पंजाब नाल ही लड़ूगा ना, पाकिस्तानी पंजाब का बंदा। तो ये जड़े निक्के निक्के कह सकते हैं वेरवे ने, शायर ने इस ढंग नाल परोए ने कि जिहड़ियां देश वंड नाल पुराणियां यादां सानू दसदे आ। बहुत कुछ कविता पढ़ोगे तुसीं, इहदा आनंद लओगे, इस किताब नूं समझोगे। गल्लां बहुत ने, जिवें हुण साडे कोले ना एक हास व्यंग दी साडे कोले धारा ही कोई नहीं। असीं मां के मलवई बोलण नूं ही कमेडी समझी जाने। साडे मेहर मित्तल जी इन्ने साल साडे ते राज कर गए सिर्फ इस गल नाल कि वो मलवई भाषा बोलदे सी। ते अज कल भी जिहड़े बहुते बंदे साडे जिहड़े कमेडियन ने, वो इस गल नूं ही समझदे कि देसी गल्लां कर लईआं जाण, मलवई भाषा बोली जावे, हैं अमलियां वालियां गल्लां कर लईआं, यही कमेडी है। की पंजाबी विच कोई हास रस दी धारा ही नहीं सी। साडे तां सुथरे तो चली आउंदी सीगी धारा, वो धारा किते अगे नहीं चलदी। तो उस धारा का भी साडे कोल एक कवि सीगा, भूषण ध्यानपुरी। तो मैनू इस करके भूषण ध्यानपुरी याद आउंदा कि मैनू पहली बारी सरबजीत सिंह घुम्मण होरां ने उहदी किताब दित्ती सिरजन धारा। सिरजन धारा पढ़न नूं मैनू किताब दित्ती। वो पढ़ के मैनू लग्या कि बंदा प्रोज दे विच भी किस तरह पोएट्री दीयां गल्लां कर सकदा। तो उस तो बाद मैं कि उन्हें लगातार एक कालम लिखिया कविओ वाच पंजाबी ट्रिब्यून दे विच। ਉਹਦੀ ਇਹਦੇ ਵਿੱਚ ਕविता लिखी है कि जो हस नहीं सकता। व्यंग की एक शैली है कि साडे कोल व्यंग भी हैगा। तो मेरा मुख मंतव इस किताब दे विच यही सी कि तुसीं कविता के ਵੱਖ-ਵੱਖ ਵੰਨਗੀਆਂ ਨੂੰ ਜਾਣੋ। ਇਹਦੇ ਲਈ ਮੈਨੂੰ ਇਹ ਸੀ ਕਿ ਸਾਡਾ ਦਾਇਰਾ ਬਹੁਤ ਵਿਸ਼ਾਲ ਆ, ਸਾਨੂੰ ਪਾਕਿਸਤਾਨੀ ਕਵੀਆਂ ਨੂੰ ਵੀ ਇਹਦੇ ਵਿੱਚ ਥਾਂ ਦੇਣੀ ਚਾਹੀਦੀ ਹੈ। ਤੇ ਉਹਦੇ ਵਿੱਚ ਇੱਕ ਪਾਕਿਸਤਾਨੀ ਸਾਡਾ ਦੋਸਤ ਆਇਆ ਸੀ ਅਬਾਸ ਮਿਰਜ਼ਾ, ਉਹਦੇ ਇੱਕ ਦੋ ਸ਼ੇਅਰ ਆ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦਾ। ਇੱਕ ਸ਼ੇਅਰ ਹੈਗਾ बहुत ही खूबसूरत शेर है, जे तुहानू इहदा अर्थ तुहाडे तक पुज्जिया तां। मर्सिडीज भी कोल खड़ी सी पर ओहने तांगा बह के तांगा सोहना कर छड्डिया। मर्सिडी भी कोल खड़ी सी पर ओहने तांगे बह के तांगा सोहना कर छड्डिया। एक इहदा बहुत ही खूबसूरत शेर हैगा कि फुट नूं चीनी ला के खांदी शहरन जी, अल्लाह तेरी ऐस खता नूं माफ करे। फुट ते फुट खाधी कदे? फुट पता की हुंदी है? खरबूजे दी भैन हुंदी है। फुट ते ला के चीनी खांदी शहरन जी, अल्लाह तेरी ऐस खता नूं माफ करे। बहुत छोटे छोटे टोटे ने जिन्हां दे नाल वो बंदा जिंदगी दे नाल जुड़न दी कोशिश करदा है। तां बहुत सारियां गल्लां जिहड़ियां तुहाडे नाल कीतियां होर भी जा सकदियां सी। देखो कालेज दे विच पीरियड हुंदा 40 मिनट दा, यूनीवर्सिटी दे विच पीरियड हुंदा घंटे दा। मेरे पीरियड हुंदे आ 2 लगातार, मैं 2-2.5 घंटे आराम नाल बोल लैना। जिस तरह दस्सिया कि तरक्की सोसाइटी दे विच लंबा समा काम करदे सी, उत्थे कई वार 2.5-2.5 3-3 घंटे भी बोल लैंदे सी। पर मेरा इन्ना बोलण दा इरादा नहीं। मैं एक बार गल इत्थे स्थापित करदा, तुसीं जे कुछ पुछो गल अगे तोरो, आपां उस प्रसंग च गल अगे तोरांगे। एक बार मैं कॉलेज दे स्टाफ का, प्रिंसीपल साहब का बहुत बहुत धन्नवाद करदा। मैं वो गल्लां तुहाडे नाल हाल दी घड़ी सिद्धांतक तौर ते साझीआं नहीं कीतीआं जिहड़ियां इस किताब दे पिछोकड़ विच ने। वो चाहे साम्राज दे विरोध बारे है, चाहे वो औरत की जिंदगी बारे है, चाहे वो घट गिणती ते बहु गिणती की पछाण का मसला है, चाहे वो मार्जनलाइज्ड किए हुए लोगों के दर्द नूं कावक प्रगटा देण समय की समस्या आउंदियां उन्हां नाल संबंधित हाल दी घड़ी इन्हां शब्दां नाल मैं तुहाडा सारिआं दा धन्नवाद।